लेटेस्ट न्यूज। नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा दे नाल। मैं हां तरनजीत कौर घुम्मण हाज़र हां जी लैके तुहाडा अपना प्रोग्राम जिहदे विच गलबात करांगे कैनेडा दी रीयल एस्टेट दे बारे विच। कैनेडा के कैबिनेट मिनिस्टर से वालों जो रीट्रीट मीटिंग की गई सी उस दे विच भी जिहड़ा हाउसिंग का मुद्दा काफ़ी ज़्यादा गरमाया रहा ते इस क्राइसिस दे नाल नजिठण लई ही ये मीटिंग की गई सी क्योंकि शायद सरकार नूं भी किते ना किते लग रहा कि उन्हां दी लोकप्रियता विच जो कमी आ रही है घरां दी किल्लत दे करके आ रही है। मौजूदा समय दे विच इस वक्त कैनेडा दी रीयल एस्टेट किधर नूं जा रही है। सितंबर महीने ते सब दी नज़रां टिकियां होईयां ने कि बैंक ऑफ कैनेडा वालों की कदम चुक्या जांदा है। जेकर रेट ऑफ इंटरस्ट वधदे ने तां घरां नूं अपने कोल टिका के रखण दे लई कैनेडियंस की करदे ने, की कीता जा सकदा है। सो अज काफ़ी मुद्दों उत्ते गलबात करांगे। रीयल एस्टेट नूं लैके तुहाडा कोई भी सवाल हैगा, घर खरीदना या वेचना चाहुंदे हो या कोई इन्वेस्टमेंट दे बारे विच पुछना चाहुंदे हो, सानूं अज दे लाइव प्रोग्राम च कॉल कर सकते हो। तुहाडे सवालों के जवाब देने लई ते अज दे मुद्दों उत्ते गलबात करन लई साडे नाल जुड़ चुके ने जी टीम अरोड़ा तो प्रवीण अरोड़ा जी ते सैम ढिल्लों जी। बहुत बहुत स्वागत है तुहाडे दोवां दा। तरन जी, मेरे वालों हमदर्द दे सारे दर्शकों को प्यार भरी सत श्री अकाल जी। मेरे वालों भी हमदर्द दे सारे दर्शकों को प्यार भरी सत श्री अकाल जी। की हाल चाल सर? बहुत वधिया जी। सो हाल साल तो तुसी खराब किते हुए हैं जी। ਅਸੀਂ ਨਹੀਂ ਕੀਤੇ। ਟਰੂਡੋ ਸਾਹਿਬ ਨੂੰ ਪੁੱਛੋ। ਅੱਜ ਰੀਟਰੀਟ ਕਹਿੰਦੇ ਮੀਟਿੰਗ ਹੋ ਕੇ ਹਟੀ ਹੈ। 3 ਦਿਨਾਂ ਇਹ ਮੀਟਿੰਗ ਚੱਲੀ ਸੀ ਜਿਹਦੇ ਵਿੱਚ ਮੇਨ ਇਹੀ ਗੱਲ ਸੀਗੀ ਕਿ ਹਾਊਸਿੰਗ ਕ੍ਰਾਈਸਿਸ ਨਾਲ ਨਜਿੱਠਣ ਲਈ ਕੀ ਪਲਾਨ ਕੀਤਾ ਜਾ ਸਕਦਾ ਆ। ਸੋ ਕਿਉਂਕਿ ਇਸ ਵਕਤ ਉਹਨਾਂ ਨੂੰ ਵੀ ਪਤਾ ਕਿ ਜੋ ਵੀ ਇਸ ਵਕਤ ਪੋਲਸ ਸਾਹਮਣੇ ਆ ਰਹੇ ਨੇ ਤੇ ਉਹਨਾਂ ਦੀ ਜਿਹੜੀ ਲੋਕਪ੍ਰਿਯਤਾ ਵਿੱਚ ਕਾਫੀ ਕਮੀ ਦੇਖਣ ਨੂੰ ਮਿਲੀ ਹੈ ਤੇ ਕਿਤੇ ਨਾ ਕਿਤੇ ਵੱਡਾ ਕਾਰਨ ਇਹਦੇ ਵਿੱਚ ਹਾਊਸਿੰਗ ਵੀ ਰਿਹਾ ਵਾ। ਤੇ ਹੁਣ ਇਹ ਦੇਖਿਆ ਜਾ ਰਿਹਾ ਵੀ ਜਿਹੜੇ ਕ੍ਰਾਈਸਿਸ ਹੋ ਰਹੇ ਨੇ ਉਹਨਾਂ ਨੂੰ ਨਜਿੱਠਿਆ ਕਿੱਦਾਂ ਜਾ ਸਕਦਾ ਆ। ਇੱਕ ਪਾਸੇ ਕੱਲ ਤੱਕ ਕਿਹਾ ਜਾ ਰਿਹਾ ਸੀਗਾ ਕਿ ਵੀ ਸਟੂਡੈਂਟਸ ਦੇ ਉੱਤੇ ਸ਼ਾਇਦ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਵੀ ਇਹ ਕ੍ਰਾਈਸਿਸ ਵੱਧ ਰਹੇ ਨੇ ਤੇ ਇਹਦੇ ਉੱਤੇ ਕੈਪ ਲਗਾਉਣਾ ਬਹੁਤ ਜ਼ਰੂਰੀ ਹੈ। ਦੂਜੇ ਪਾਸੇ ਨੈਕਸਟ ਡੇ ਪ੍ਰਾਈਮ ਮਿਨਿਸਟਰ ਮਿਸਟਰ ਟਰੂਡੋ ਦੀ ਬਿਆਨ ਆਉਂਦਾ ਕਿ ਇਮੀਗ੍ਰੇਸ਼ਨ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੋ ਸਭ ਤੋਂ ਪਹਿਲਾਂ ਤਾਂ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਸ ਵਕਤ ਬਿਆਨ ਆ ਰਿਹਾ? ਕੈਬਨਿਟ ਮਿਨਿਸਟਰ ਕੋਈ ਬਿਆਨ ਦੇ ਰਿਹਾ, ਹਾਊਸਿੰਗ ਮਿਨਿਸਟਰ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੋਈ ਹੋਰ ਬਿਆਨ ਦੇ ਰਹੇ ਨੇ। देखो तरन जी, एक चीज़ आ जे आपां सही मायने च देखिए हाउसिंग जुड़ी किहदे नाल हुई आ, हाउसिंग लोकां नाल ही जुड़ी हुई आ ते ਇਹ ਆਪਾਂ ਗੱਲ ਨੂੰ ਬਿਲਕੁਲ ਵੀ ਡਿਨਾਈ ਨਹੀਂ ਕਰ ਸਕਦੇ ਕਿ ਲੋਕਾਂ ਦਾ ਕੋਈ ਡਾਇਰੈਕਟਲੀ ਰਿਲੇਸ਼ਨ ਨਹੀਂ ਹੈਗਾ ਹਾਊਸਿੰਗ ਦੇ ਨਾਲ। ਜੇ ਪਾਪੂਲੇਸ਼ਨ ਵਧੇਗੀ, ਹਾਊਸਿੰਗ ਕ੍ਰਾਈਸਿਸ ਕੀ ਆ? ਕ੍ਰਾਈਸਿਸ ਇਹੀ ਸੀ ਨਾ ਜੀ ਕਿ ਡਿਮਾਂਡ ਜ਼ਿਆਦਾ ਸੀ, ਸਪਲਾਈ ਘੱਟ ਸੀ। ਇਹ ਚੀਜ਼ ਨੂੰ ਆਪਾਂ ਕਿਵੇਂ ਗੱਲ ਕਹਿ ਸਕਦੇ ਹਾਂ ਕਿ ਜੀ ਪਾਪੂਲੇਸ਼ਨ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈ। ਹਾਊਸਿੰਗ ਨਾਲ ਮਤਲਬ ਉਹ ਚਾਹੇ ਪਾਪੂਲੇਸ਼ਨ ਇਮੀਗ੍ਰੇਸ਼ਨ ਕਰਕੇ ਆ, ਉਹ ਚਾਹੇ ਪਾਪੂਲੇਸ਼ਨ ਸਟੂਡੈਂਟਸ ਕਰਕੇ ਆ, ਉਹ ਚਾਹੇ ਪਾਪੂਲੇਸ਼ਨ ਇੱਥੋਂ ਦੀ ਗਰੋਥ ਆ। ਮਤਲਬ ਹਾਊਸਿੰਗ ਜਿਹੜੀ ਜੁੜੀ ਹੋਈ ਆ ਉਹ ਲੋਕਾਂ ਨਾਲ ਹੀ ਜੁੜੀ ਹੋਈ ਆ। ਮਾਰਕੀਟ ਦੇ ਵਿੱਚ ਜਿਹੜੀ ਪ੍ਰੋਬਲਮ ਸੀ ਉਹ ਪ੍ਰੋਬਲਮ ਤਰਨ ਜੀ ਇਹ ਸੀ ਕਿ ਸਪਲਾਈ ਘੱਟ ਸੀ, ਡਿਮਾਂਡ ਜ਼ਿਆਦਾ ਸੀ, ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਆ। ਪਿਛਲੇ ਜੇ ਆਪਾਂ 15 ਸਾਲਾਂ ਦੇ ਵਿੱਚ ਦੇਖੀਏ, ਪਿਛਲੇ 15 ਸਾਲਾਂ ਦੇ ਵਿੱਚ ਘਰਾਂ ਦੇ ਪ੍ਰਾਈਸ ਉੱਤੇ ਕਿਉਂ ਗਏ? ਉਹਨਾਂ ਦਾ ਜਾਣ ਦਾ ਇੱਕੋ ਹੀ ਕਾਰਨ ਸੀ ਕਿ ਡਿਮਾਂਡ ਜ਼ਿਆਦਾ, ਸਪਲਾਈ ਘੱਟ ਸੀ। ਅੱਛਾ, ਜਦੋਂ ਡਿਮਾਂਡ ਜ਼ਿਆਦਾ ਸੀ, ਇੱਥੇ ਸਪਲਾਈ ਘੱਟ ਸੀ, ਘਰਾਂ ਦਾ ਪ੍ਰਾਈਸ ਵੱਧ ਰਿਹਾ ਸੀਗਾ। ਜਦੋਂ ਘਰਾਂ ਦਾ ਪ੍ਰਾਈਸ ਵੱਧ ਰਿਹਾ ਸੀਗਾ ਉਹਦੇ ਕਰਕੇ ਜਿਹੜੇ ਬਾਹਰਲੇ ਇਨਵੈਸਟਰ ਸੀ ਉਹਨਾਂ ਦਾ ਵੀ ਇੰਟਰਸਟ ਇੱਥੇ ਸੀਗਾ। ਹੁਣ ਆਪਾਂ ਇੱਕ ਸਿੰਪਲ ਜਿਹਾ ਫਾਰਮੂਲਾ, ਆਪਾਂ ਕੋਈ ਵੀ ਕਿਤੇ ਚੀਜ਼ ਇਨਵੈਸਟ ਕਰਨੀ ਚਾਹਾਂਗੇ, ਆਪਾਂ ਕਿੱਥੇ ਇਨਵੈਸਟ ਕਰਨੀ ਚਾਹਾਂਗੇ? ਜਿੱਥੇ ਆਪਾਂ ਨੂੰ ਜ਼ਿਆਦਾ ਰਿਟਰਨ ਮਿਲੂਗੀ। ਠੀਕ ਹੈ ਜੀ। ਹੁਣ ਜੇ ਹਾਊਸਿੰਗ ਦੀ ਐਪਰੀਸ਼ੀਏਸ਼ਨ ਯੂਰਪ ਦੇ ਵਿੱਚ ਨਹੀਂ ਹੋ ਰਹੀਗੀ, ਹਾਊਸਿੰਗ ਦੀ ਐਪਰੀਸ਼ੀਏਸ਼ਨ ਅਮਰੀਕਾ ਦੇ ਵਿੱਚ ਨਹੀਂ ਹੋ ਰਹੀਗੀ, ਹਾਊਸਿੰਗ ਦੀ ਐਪਰੀਸ਼ੀਏਸ਼ਨ ਮੈਕਸੀਕੋ ਨਹੀਂ ਹੋ ਰਹੀ, ਲੋਕੀ ਉੱਥੇ ਮੈਕਸੀਕੋ ਜਾਂ ਅਮਰੀਕਾ ਜਾ ਕੇ ਥੋੜਾ ਪੈਸੇ ਇਨਵੈਸਟ ਕਰਨਗੇ। ਉਹ ਪੈਸੇ ਕਿੱਥੇ ਇਨਵੈਸਟ ਕਰਨਗੇ? ਜਿੱਥੇ ਐਪਰੀਸ਼ੀਏਸ਼ਨ ਹੋ ਰਹੀ ਆ। ਉਦੋਂ ਸਰਕਾਰ ਨੇ ਇਸ ਚੀਜ਼ ਨੂੰ ਬਿਲਕੁਲ ਨਹੀਂ ਦੇਖਿਆ ਕਿ ਇਹਦੇ ਪਿੱਛੇ ਰੂਟ ਕਾਜ਼ ਕੀ ਆ। ਰੂਟ ਕਾਜ਼ ਐਗਜ਼ੈਕਟਲੀ ਜਿਹੜੀ ਪ੍ਰੋਬਲਮ ਸੀ ਉਹ ਅੱਜ ਤੋਂ 15 ਸਾਲ ਪਹਿਲਾਂ ਵੀ ਪਾਪੂਲੇਸ਼ਨ ਸੀ, 10 ਸਾਲ ਪਹਿਲਾਂ ਵੀ ਪਾਪੂਲੇਸ਼ਨ ਸੀ, 5 ਸਾਲ ਪਹਿਲਾਂ ਵੀ ਪਾਪੂਲੇਸ਼ਨ ਸੀ ਔਰ ਅੱਜ ਵੀ ਪਾਪੂਲੇਸ਼ਨ ਆ ਔਰ ਆਉਣ ਵਾਲੇ ਟਾਈਮ 'ਚ ਵੀ ਪਾਪੂਲੇਸ਼ਨ ਹੀ ਹੋਊਗੀ। ਕਿਉਂਕਿ ਜੇ ਆਪਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਉੱਥੇ ਆਪਾਂ ਇਨਫਰਾਸਟ੍ਰਕਚਰ ਜਾਂ ਜਿਹੜੀ ਹਾਊਸਿੰਗ ਆ ਉਹ ਨਹੀਂ ਉਨੀ ਬਿਲਟ ਕਰ ਪਾਵਾਂਗੇ ਤਾਂ ਇਸ ਚੀਜ਼ ਨੇ ਹਮੇਸ਼ਾ ਪ੍ਰੋਬਲਮ ਦੇਣੀ ਆ। ਉਹ ਪਾਪੂਲੇਸ਼ਨ ਹੁਣ ਆਪਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਵੀ ਉਹ ਕਿੱਦਾਂ ਹੋਈ। ਪਾਪੂਲੇਸ਼ਨ ਤੱਕ ਪਾਪੂਲੇਸ਼ਨ ਆ ਜੀ। ਚਾਹੇ ਕੋਈ ਬੰਦਾ ਇਮੀਗ੍ਰੈਂਟ ਹੋ ਕੇ ਆਇਆ, ਚਾਹੇ GTA ਦੀ ਆਪਾਂ ਜੇ ਗੱਲ ਕਰੀਏ, GTA ਦੇ ਵਿੱਚ ਮੰਨ ਲਓ ਕਿਸੇ ਕਾਰਨ ਕਰਕੇ ਲੋਕੀ ਦੂਜੇ ਪ੍ਰੋਵਿੰਸਿਸ ਤੋਂ ਮੂਵ ਹੋ ਰਹੇ ਆ,
ਸੇਮ ਚੀਜ਼ ਆ। ਜੇ ਇੱਥੇ ਪਾਪੂਲੇਸ਼ਨ ਵੱਧ ਰਹੀ ਆ, ਜੇ ਉਹ ਬਾਹਰੋਂ ਸਟੂਡੈਂਟ ਆ ਰਹੇ ਆ, ਸੇਮ ਚੀਜ਼ ਆ। ਜੇ ਕੋਈ ਬਾਹਰੋਂ ਹੋਰ ਇਮੀਗ੍ਰੇਸ਼ਨ ਹੋ ਰਹੀ ਆ, ਸੇਮ ਚੀਜ਼ ਆ। ਗੱਲ ਤਾਂ ਮੁੱਦੇ ਦੀ ਸਿਰਫ ਇਹ ਆ ਕਿ ਜਿੱਥੇ ਜਿੱਥੇ ਪਾਪੂਲੇਸ਼ਨ ਵੱਧ ਰਹੀ ਆ, ਜੇ ਉੱਥੇ ਪਾਪੂਲੇਸ਼ਨ ਦੀ ਰਿਕੁਆਇਰਮੈਂਟ ਦੇ ਮੁਤਾਬਕ ਘਰ ਨਹੀਂ ਬਣ ਰਹੇ ਤਾਂ ਉੱਥੇ ਇਹ ਪ੍ਰੋਬਲਮ ਆਉਣੀ ਆ। ਔਰ ਇਹ ਪ੍ਰੋਬਲਮ ਦਾ ਜਿਹੜਾ ਸਿੱਧਾ ਤੇ ਸਿੱਧਾ ਰਿਲੇਸ਼ਨ ਆ ਉਹ ਪਾਪੂਲੇਸ਼ਨ ਨਾਲ ਹੈ ਜੀ। ਸਰ ਪਾਪੂਲੇਸ਼ਨ ਦੀ ਜਦੋਂ ਗੱਲ ਕਰਦੇ ਆ, ਜੇ 2012 ਦੀ ਗੱਲ ਕਰੀਏ ਉਦੋਂ ਕੈਨੇਡਾ ਦੀ ਪਾਪੂਲੇਸ਼ਨ ਕੁਝ ਘੱਟ ਸੀਗੀ। ਹੁਣ ਦੀ ਗੱਲ ਕਰੀਏ ਇਹ ਪਿਛਲੇ 2 ਮਹੀਨਿਆਂ ਦੇ ਵਿੱਚ 40 ਮਿਲੀਅਨ ਨੂੰ ਟੱਪ ਚੁੱਕੀ ਹੈ। ਸੋ ਕੈਨੇਡਾ ਦੀ ਇੱਕ ਇਹ ਰਹੀ ਹੈ ਕਿ ਵੀ ਇੱਕ ਇਹਨਾਂ ਦੀ ਜ਼ਰੂਰਤ ਰਹੀ ਹੈ ਕਿ ਆਪਦੀ ਪਾਪੂਲੇਸ਼ਨ ਦਾ 1% ਬਾਹਰੋਂ ਇਮੀਗ੍ਰੈਂਟ ਇਹਨਾਂ ਨੂੰ ਬੁਲਾਉਣਾ ਹੀ ਪੈਂਦਾ ਆ। ਇਸ ਵਾਰੀ ਜਿਹੜੀ 40 ਮਿਲੀਅਨ ਤੱਕ ਟੱਪ ਚੁੱਕੀ ਆ ਤਾਂ ਤੁਹਾਡੀ ਘੱਟੋ ਘੱਟ ਟਾਰਗੇਟ 4.5 ਲੱਖ ਤੋਂ 5 ਲੱਖ ਇਮੀਗ੍ਰੈਂਟਸ ਬੁਲਾਉਣ ਦਾ ਹਰ ਸਾਲ ਦਾ ਹੋ ਚੁੱਕਿਆ। ਪਰ ਕੀ ਤੁਸੀਂ ਜਿਵੇਂ ਤੁਹਾਡੀ ਟਾਰਗੇਟ ਹੈਗਾ ਉਸ ਟਾਰਗੇਟ ਦੇ ਵਿੱਚ ਤੁਹਾਡੇ ਘਰਾਂ ਦੀ ਜਿਹੜਾ ਟਾਰਗੇਟ ਆ ਉਹਨੂੰ ਤੁਸੀਂ ਵਧਾਇਆ ਕਿ ਨਹੀਂ ਵਧਾਇਆ? ਪਾਪੂਲੇਸ਼ਨ ਦੇ ਕਰਕੇ ਇਮੀਗ੍ਰੇਸ਼ਨ ਦੇ ਟਾਰਗੇਟਸ ਤਾਂ ਵੱਧ ਰਹੇ ਨੇ, ਪਰ ਘਰਾਂ ਦੇ ਟਾਰਗੇਟ ਪਾਪੂਲੇਸ਼ਨ ਦੇ ਮੁਤਾਬਿਕ ਕੀ ਵੱਧ ਰਹੇ ਨੇ ਜਾਂ ਨਹੀਂ ਵੱਧ ਰਹੇ ਹੈਗੇ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜੇ ਆਪਾਂ ਕਾਗਜ਼ਾਂ ਦੀ ਗੱਲ ਕਰੀਏ, ਕਾਗਜ਼ੀ ਕਾਰਵਾਈ ਚ ਤਾਂ ਘਰਾਂ ਦੇ ਵੀ ਜਿਹੜੇ ਟੀਚੇ ਉਹਨਾਂ ਨੇ ਮਿੱਥੇ ਆ। ਆਪਾਂ ਪਿੱਛੇ ਦੇਖਿਆ ਹੀ ਸੀਗਾ ਕਿ 1.5 ਮਿਲੀਅਨ ਘਰ ਉਹਨਾਂ ਨੇ ਅਗਲੇ 10 ਸਾਲ ਦੇ ਵਿੱਚ ਕਮਿਟ ਕੀਤੇ ਕਿ ਅਸੀਂ ਬਣਾਉਣੇ ਆ। ਪਰ ਕੀ ਉਹ ਵਾਕਈ ਘਰ ਉਸ ਸਪੀਡ ਨਾਲ ਬਣ ਰਹੇ ਨੇ ਜਿਸ ਸਪੀਡ ਨਾਲ ਉਹਨਾਂ ਦੀ ਜ਼ਰੂਰਤ ਅੱਜ ਦੀ ਡੇਟ ਦੇ ਵਿੱਚ ਹੈ? ਇਹਦਾ ਜਿਹੜਾ ਉੱਤਰ ਉਹ ਨਾ ਹੋਏਗਾ, ਕਿਉਂਕਿ ਉਹ ਪੋਸੀਬਲ ਹੀ ਨਹੀਂ ਹੈ ਕਿ ਉਨੀ ਸਪੀਡ ਦੇ ਨਾਲ ਉਹ ਘਰ ਬਣ ਸਕਣ। ਆਪਾਂ ਪਿਛਲੇ ਕਈ ਪ੍ਰੋਗਰਾਮਾਂ 'ਚ ਵੀ ਇਹ ਗੱਲ ਕੀਤੀ ਹੈ ਕਿ ਜਿਹੜੀ ਇੱਕ ਲੈਂਡ ਦਾ ਪੀਸ ਜਿਹੜਾ ਖਾਲੀ ਜਿੱਥੇ ਘਰ ਬਣਨੇ ਨੇ ਉਹਨੂੰ ਡਿਵੈਲਪਮੈਂਟ ਤੱਕ ਲੈ ਕੇ ਜਾਣ ਵਾਸਤੇ ਕਈ ਵਾਰ 8 ਤੋਂ 10 ਸਾਲ ਦਾ ਟਾਈਮ ਲੱਗ ਜਾਂਦਾ ਆ। ਉਹ ਪ੍ਰੋਸੈਸ ਹੀ ਇੰਨਾ ਟੀਡੀਅਸ ਆ, ਉਹ ਇੰਨਾ ਕੰਪਲਿਕੇਟਡ ਪ੍ਰੋਸੈਸ ਆ। ਉਹਦੇ ਚ ਸਟੱਡੀਜ਼ ਨੇ, ਵੱਖ-ਵੱਖ ਸਟੱਡੀਜ਼ ਨੇ, এনवायरमेंटल ਸਟੱਡੀਜ਼, ਟ੍ਰੈਫਿਕ ਸਟੱਡੀਜ਼, ਨੋਇਜ਼ ਸਟੱਡੀਜ਼, ਬਹੁਤ ਕੁਝ ਜਿਹੜਾ ਆ ਡਿਵੈਲਪਰ ਨੂੰ ਕਰਨਾ ਪੈਂਦਾ ਹੈ ਉਸ ਲੈਂਡ ਨੂੰ ਅਪਰੂਵਲ ਤੱਕ ਲੈ ਕੇ ਜਾਣ ਵਾਸਤੇ। ਅਪਰੂਵਲ ਤੱਕ ਲੈ ਕੇ ਜਾਣ ਵਾਸਤੇ 8-10 ਸਾਲ ਦਾ ਟਾਈਮ ਹੈ। ਫਿਰ ਕੰਸਟਰਕਸ਼ਨ ਜਿਹੜੀ ਹੈ ਤੁਹਾਨੂੰ ਜੇ ਪੂਰੀ ਸਬ ਡਿਵੀਜ਼ਨ ਬਣਾਉਣੀ ਹੈ ਤਾਂ ਕਾਫੀ ਟਾਈਮ, ਜੇ ਇੱਕ ਘਰ ਨੂੰ ਆਪਾਂ ਦੇਖੀਏ ਤਕਰੀਬਨ ਸਾਲ ਕ ਤਾਂ ਉਹਦੇ ਚ ਮਾਮੂਲੀ ਗੱਲ ਹੈ ਕਿ ਡਿਗਿੰਗ ਤੋਂ ਸ਼ੁਰੂ ਹੋ ਕੇ ਉਹ ਲੱਗ ਜਾਂਦਾ ਆ। ਸੋ ਇਹ ਪ੍ਰੋਸੈਸ ਇੰਨਾ ਕੰਪਲਿਕੇਟਡ ਹੈ ਕਿਉਂਕਿ ਡਿਫਰੈਂਟ ਲੈਵਲਸ ਆਫ ਗਵਰਨਮੈਂਟ ਇਹਦੇ ਚ ਇਨਵੋਲਵਡ ਨੇ, ਮਿਊਨਿਸਪਲ, ਪ੍ਰੋਵਿੰਸ਼ੀਅਲ, ਫਿਰ ਜਿਹੜੀਆਂ ਆਪਣੀਆਂ ਕੰਜ਼ਰਵੇਸ਼ਨ ਅਥਾਰਟੀਜ਼ ਨੇ, ਬਾਕੀ এনवायरमेंटल ਗਰੁੱਪਸ ਨੇ, ਉਹ ਸਾਰਿਆਂ ਦਾ ਪ੍ਰੈਸ਼ਰ ਹੈਗਾ ਇਸ ਪ੍ਰੋਸੈਸ ਨੂੰ ਸਲੋ ਡਾਊਨ ਕਰਨ ਵਾਸਤੇ। ਸੋ ਗੱਲ ਮੁੱਕਦੀ ਇੱਥੇ ਆ ਕੇ ਆ ਕਿ ਇਸ ਪ੍ਰੋਸੈਸ ਨੂੰ ਰੀਵਿਜ਼ਿਟ ਕਰਨਾ ਪਏਗਾ ਪ੍ਰੋਵਿੰਸ ਨੂੰ, ਮਿਊਨਿਸਪੈਲਿਟੀਜ਼ ਨੂੰ, ਤਾਂ ਕਿ ਇਹ ਪ੍ਰੋਸੈਸ ਨੂੰ ਇੱਕ ਤਾਂ ਸਿੰਪਲ ਬਣਾਇਆ ਜਾ ਸਕੇ। ਜਿਵੇਂ ਕਹਿੰਦੇ ਕਿ 1 ਵਿੰਡੋ ਸ਼ਾਪ ਹੋਣੀ ਚਾਹੀਦੀ ਹੈ, 1 ਵਿੰਡੋ ਸਰਵਿਸ ਹੋਣੀ ਚਾਹੀਦੀ ਹੈ ਕਿ ਸਾਰੀਆਂ ਸਰਵਿਸਿਜ਼ ਤੁਹਾਨੂੰ ਇੱਕ ਜਗ੍ਹਾ ਤੇ ਮਿਲ ਜਾਣ। ਹਾਲਾਂਕਿ ਪ੍ਰੀਮੀਅਰ ਫੋਰਡ ਨੇ ਕੁਝ ਸਟੈਪ ਚੱਕੇ ਆ, ਜਿਹੜੀਆਂ ਕੰਜ਼ਰਵੇਸ਼ਨ ਅਥਾਰਟੀਜ਼ ਨੇ ਉਹਨਾਂ ਦੀਆਂ ਪਾਵਰਸ ਕੁਝ ਘੱਟ ਕੀਤੀਆਂ ਹੈਗੀਆਂ ਆ, ਪਰ ਇਹਦਾ ਰਿਜ਼ਲਟ ਆਉਣ ਦੇ ਵਿੱਚ ਵੀ ਕਾਫੀ ਟਾਈਮ ਲੱਗ ਜਾਏਗਾ। ਸੋ ਦੇਖੋ ਹੁਣ ਜਿਹੜੀ ਸਪੀਡ ਨਾਲ ਪਾਪੂਲੇਸ਼ਨ ਵੱਧ ਰਹੀ ਹੈ ਉਸ ਸਪੀਡ ਨਾਲ ਹਾਊਸਿੰਗ ਨਹੀਂ ਵੱਧ ਰਹੀ ਤੇ ਉਹਦਾ ਸਿੱਧਾ ਅਸਰ ਜਿਹੜਾ ਉਹ ਜਿਹੜੀ ਹੈ ਸ਼ਾਰਟ ਸਪਲਾਈ ਤੇ ਹੈ। ਇਹ ਜਿਹੜੀ ਡਿਮਾਂਡ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਸੇ ਤਰੀਕੇ ਦੇ ਨਾਲ ਬਿਲਕੁਲ ਉਹਨਾਂ ਦਾ ਕਿ ਖਰਚਾ ਹੀ ਬੰਦ ਕਰ ਦਿੱਤਾ ਜਾਵੇ, ਕਿ ਖਰਚਣ ਦੀ ਸਮਰੱਥਾ ਹੀ ਨਾ ਰਹੇ। ਜੇ ਇੱਕ ਪਾਸੇ ਤੁਸੀਂ ਦੇਖੋ ਕਿ ਜੇ ਘਰਾਂ ਦੀ ਆਪਾਂ ਗੱਲ ਕਰੀਏ ਤਾਂ 1.4 ਮਿਲੀਅਨ ਦੀ ਤੁਸੀਂ ਕਿਹਾ ਕਿ 2030 ਤੱਕ ਬਣਾਉਣ ਦਾ ਟੀਚਾ ਆ। ਇੱਕ ਮੈਂ ਹੁਣੀ ਰਿਪੋਰਟ ਪੜ੍ਹ ਰਹੀ ਸੀ, ਉਹ 'ਚ ਕਿਹਾ ਗਿਆ ਸੀ ਜਿਹੜਾ ਨਵਾਂ ਇਮੀਗ੍ਰੈਂਟ ਆ ਆਮ ਤੌਰ ਤੇ ਅਮੂਮਨ ਮੈਜੋਰਟੀ ਆਫ ਦਾ ਜਿਹੜੇ ਇਮੀਗ੍ਰੈਂਟਸ ਨੇ, ਅਸੀਂ 10% ਨੂੰ ਜੇ ਸਾਈਡ ਤੇ ਰੱਖ ਦਈਏ, 90% ਇਮੀਗ੍ਰੈਂਟਸ ਜਿਹੜੇ ਨੇ 5 ਸਾਲਾਂ ਵਿੱਚ ਇੱਥੇ ਆ ਕੇ ਘਰ ਲੈਂਦੇ ਨੇ। ਜੇ ਇਸ ਵਕਤ 8 ਲੱਖ ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟਸ ਇਸ ਵਕਤ ਇੱਥੇ ਹੈਗੇ ਨੇ, 2030 ਤੱਕ ਉਹ ਜੋ ਬਥੇਰੇ ਪੱਕੇ ਹੋ ਜਾਣਗੇ। 5 ਲੱਖ ਵੀ ਅਸੀਂ ਮੰਨ ਕੇ ਚੱਲੀਏ, ਹਰ ਸਾਲ ਪੱਕੇ ਨਿਵਾਸੀ 5 ਲੱਖ ਸਰਕਾਰ ਬੁਲਾ ਰਹੀ ਹੈ, ਤਾਂ ਤੁਸੀਂ ਦੱਸੋ 2030 ਤੱਕ ਤੁਹਾਡੇ 1.4 ਮਿਲੀਅਨ ਦਾ ਟੀਚਾ, ਤੁਸੀਂ ਕਿੱਥੇ ਤੱਕ ਪਹੁੰਚ ਜਾਊਗਾ ਇਮੀਗ੍ਰੇਸ਼ਨ ਦਾ? ਉਹਦੇ ਚ ਤਰਨ ਜੀ ਗੱਲ ਇਹ ਆ ਕਿ ਚਾਹੇ ਉਹ ਘਰ ਲੈਣ ਜਾਂ ਨਾ ਲੈਣ, ਪਰ ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਆ। ਐਕਚੁਅਲੀ ਹੋ ਪਤਾ ਕੀ ਰਿਹਾ ਜੀ
ਕਿ ਜਦੋਂ ਆਪਾਂ ਕੋਈ ਚੀਜ਼ ਆ, ਆਪਾਂ ਇਹ ਨਹੀਂ ਗੱਲ ਕਹਿੰਦੇ ਵੀ ਇਹ ਕਿਸੇ ਇੱਕ ਬੰਦੇ ਦਾ ਪਾਰਟ ਹੈ। ਇਹ ਜਿਹੜੀ ਚੀਜ਼ ਹੈ ਪਿਛਲੇ ਬੜੇ ਸਾਲਾਂ ਤੋਂ ਚੱਲੀ ਆ ਰਹੀ ਹੈ, ਪਿਛਲੇ 10-15 ਸਾਲਾਂ ਤੋਂ ਚੱਲੀ ਆ ਰਹੀ ਹੈ। ਇਹ ਜਿਹੜੇ ਪ੍ਰਾਈਸਿਸ ਉੱਪਰ ਜਾ ਰਹੇ ਨੇ, ਇਹ ਕੋਈ ਅੱਜ ਦੀ ਇੱਕ ਦਿਨ ਦੀ ਗੱਲ ਨਹੀਂ ਹੈ ਕਿ ਇੱਕ ਦਿਨ ਦੇ ਵਿੱਚ ਆ ਕੇ ਇੱਥੇ ਸਿਚੁਏਸ਼ਨ ਆ ਗਈ ਹੈ ਇਹ। ਹਾਂ, ਇਹ ਠੀਕ ਆ ਕਿ ਹੁਣ ਆ ਕੇ ਆਪਾਂ ਇਹ ਪ੍ਰੋਬਲਮ ਨੂੰ ਕੰਪਲਿਕੇਟ ਬਹੁਤ ਜ਼ਿਆਦਾ ਕਰ ਲਿਆ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਉਹ ਇਹ ਹੈ ਕਿ ਜਿੱਦਾਂ ਤੁਸੀਂ ਅੱਜ ਗੱਲ ਕੀਤੀ ਆ, ਹਾਲਾਂਕਿ ਮੈਂ ਤਾਂ ਨਿਊਜ਼ ਵੀ ਨਹੀਂ ਸੁਣੀ, ਕਿ ਪ੍ਰਾਈਮ ਮਿਨਿਸਟਰ ਕੁਝ ਹੋਰ ਕਹਿ ਰਹੇ ਨੇ, ਹਾਊਸਿੰਗ ਮਿਨਿਸਟਰ ਕੁਝ ਹੋਰ ਕਹਿ ਰਹੇ ਨੇ। ਉਹ ਬੇਸਿਕਲੀ ਆਪਾਂ ਪਤਾ ਕੀ ਕਰ ਰਹੇ ਹਾਂ, ਉਹ ਆਪਾਂ ਜਿਹੜੀ ਪ੍ਰੋਬਲਮ ਉਹ ਆਪਾਂ ਇਹ ਕਹਿ ਰਹੇ ਹਾਂ ਕਿ ਪ੍ਰੋਬਲਮ ਮੇਰਾ ਪਾਰਟ ਨਹੀਂ ਹੈ, ਇਸ ਬੰਦੇ ਦਾ ਪਾਰਟ ਆ, ਇਸ ਬੰਦੇ ਦਾ ਪਾਰਟ ਆ, ਇਸ ਬੰਦੇ ਦਾ ਪਾਰਟ ਆ। ਜਦ ਕਿ ਮੈਨੂੰ ਇਹ ਲੱਗਦਾ ਕਿ ਜਦੋਂ ਵੀ ਤੁਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਲੀਡ ਕਰਦੇ ਹੋ, ਕਿਸੇ ਕੰਟਰੀ ਨੂੰ ਲੀਡ ਕਰਦੇ ਹੋ, ਤੁਸੀਂ ਕਿਸੇ ਵੀ ਮਤਲਬ ਸੰਸਥਾ ਦੇ ਲੀਡਰ ਹੋ, ਕਿਸੇ ਵੀ ਤਰ੍ਹਾਂ ਦੇ ਲੀਡਰ ਹੋ, ਤਾਂ ਤੁਹਾਨੂੰ ਜੇ ਕੋਈ ਪ੍ਰੋਬਲਮ ਆ ਤਾਂ ਉਹਦੀ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਆ। ਉਹਦੀ ਰਿਸਪੌਂਸਿਬਿਲਟੀ ਲੈ ਕੇ ਤੁਹਾਨੂੰ ਸਟੈਪ ਲੈਣੇ ਚਾਹੀਦੇ ਆ। ਉਹ ਚਾਹੇ ਗਲਤੀ ਮੇਰੇ ਤੋਂ ਹੋਈ, ਚਾਹੇ ਢਿੱਲੋਂ ਸਾਹਿਬ ਤੋਂ ਹੋਈ, ਚਾਹੇ ਤੁਹਾਡੇ ਤੋਂ ਹੋਈ, ਉਹ ਕਿਸੇ ਤੋਂ ਵੀ ਗਲਤੀ ਹੋਈ, ਜਦੋਂ ਆਪਾਂ ਇੱਕ ਆਰਗੇਨਾਈਜੇਸ਼ਨ ਨੂੰ ਠੀਕ ਕਰਨਾ ਤਾਂ ਉਹਦੀ ਆਪਾਂ ਨੂੰ ਰਿਸਪੌਂਸਿਬਿਲਟੀ ਲੈ ਕੇ ਆਪਾਂ ਉਹਨੂੰ ਠੀਕ ਕਰ ਪਾਵਾਂਗੇ, ਨਾ ਕਿ ਆਪਾਂ ਇੱਕ ਦੂਜੇ ਨੂੰ ਪਿਨ ਪੁਆਇੰਟ ਕਰਕੇ ਉਹਨੂੰ ਠੀਕ ਕਰ ਪਾਵਾਂਗੇ। ਉਹਦੇ 'ਚ ਕੀ ਆ ਕਿ ਇੱਥੇ ਰੋਲ ਕੀ ਬਣਦਾ ਸੀ ਕਿ ਇਸ ਚੀਜ਼ ਨੂੰ ਐਕਸੈਪਟ ਕੀਤਾ ਜਾਵੇ ਕਿ ਚਾਹੇ ਇਸ ਸਰਕਾਰ ਨੇ ਗਲਤੀ ਕੀਤੀ, ਚਾਹੇ ਪਿਛਲੀ ਸਰਕਾਰ ਨੇ ਗਲਤੀ ਕੀਤੀ, ਚਾਹੇ ਉਸ ਤੋਂ ਪਿਛਲੀ ਸਰਕਾਰ ਨੇ ਗਲਤੀ ਕੀਤੀ। ਉਹ ਕਿਤੇ ਨਾ ਕਿਤੇ ਆਪਾਂ ਗਵਰਨਮੈਂਟ ਦੀਆਂ ਪਾਲਿਸੀਜ਼ ਦੇ ਵਿੱਚ ਆਪਾਂ ਉਹ ਚੇਂਜਸ ਨਹੀਂ ਲਿਆ ਸਕੇ ਜਿਹੜੀਆਂ ਕਿ ਚੇਂਜਸ ਆਪਾਂ ਨੂੰ ਲਿਆਉਣੀਆਂ ਚਾਹੀਦੀਆਂ ਸੀ ਪਾਪੂਲੇਸ਼ਨ ਨੂੰ ਦੇਖਦੇ ਹੋਏ। ਸੋ ਚਲੋ ਜੇ ਉਹ ਚੇਂਜਸ ਆਪਾਂ ਨਹੀਂ ਲਿਆ ਸਕੇਗੇ ਜਾਂ ਉਹ ਜੋ ਵੀ ਚੀਜ਼ਾਂ ਹੋਈਆਂ ਤਾਂ ਉਹਨੂੰ ਆਪਾਂ ਘੱਟੋ ਘੱਟ ਹੁਣ ਰਿਸਪੌਂਸਿਬਿਲਟੀ ਲੈ ਕੇ ਉਹਨਾਂ ਨੂੰ ਆਪਾਂ ਕਰੈਕਟ ਕਰਨ ਵਾਸਤੇ ਅੱਗੇ ਐਕਸ਼ਨ ਲਈਏ। ਸੈਡ ਪਾਰਟ ਕੀ ਆ ਕਿ ਨਾ ਤਾਂ ਆਪਾਂ ਰਿਸਪੌਂਸਿਬਿਲਟੀ ਲੈ ਰਹੇ ਹਾਂ, ਨਾ ਆਪਾਂ ਉਹਨਾਂ ਨੂੰ ਕਰੈਕਟ ਕਰਨ ਵਾਸਤੇ ਕੋਈ ਐਕਸ਼ਨ ਲੈ ਰਹੇ ਹਾਂ। ਆਪਾਂ ਸਿਰਫ ਤੇ ਸਿਰਫ ਇੱਕੋ ਚੀਜ਼ ਕਰ ਰਹੇ ਹਾਂ ਕਿ ਇਹ ਮੇਰੀ ਗਲਤੀ ਨਹੀਂ, ਇਹ ਉਹ ਬੰਦੇ ਦੀ ਗਲਤੀ ਆ, ਫਲਾਣੇ ਨੇ ਆਹ ਚੀਜ਼ ਕੀਤੀ ਆ, ਜਦ ਕਿ ਉਹ ਚੀਜ਼ ਇਸ ਚੀਜ਼ ਦਾ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਹੈ ਇਸ ਟਾਈਮ। ਔਰ ਉਹਦੇ 'ਚ ਹੋ ਕੀ ਰਿਹਾ, ਸੋਲੂਸ਼ਨ ਨਾ ਹੋਣ ਕਰਕੇ, ਜਿਸ ਤਰ੍ਹਾਂ ਕਿ ਤੁਸੀਂ ਆਏ ਆ ਤਾਂ ਆਪਾਂ ਦੇਖਿਆ ਕਿ ਤੁਸੀਂ ਇਹ ਨਿਊਜ਼ ਦੀ ਗੱਲ ਕੀਤੀ ਆ ਕਿ ਲੋਕੀ ਬੈਂਕਰਪਟ, ਇਸ ਸੈਡ ਪਾਰਟ ਕਿ ਮਤਲਬ ਜੇ ਬੰਦੇ ਅੱਜ ਵੀ, ਹੁਣ ਤੁਸੀਂ ਇੱਕ ਚੀਜ਼ ਦੇਖੋ ਇਹ ਕਿੰਨਾ ਸੈਡ ਪਾਰਟ ਆ, ਮਤਲਬ ਮਾਰਕੀਟ ਦੇ ਵਿੱਚ ਚਾਹੇ ਕਿਸੇ ਵੀ ਬੰਦੇ ਨੂੰ ਉਸ ਚੀਜ਼ ਦਾ ਫਾਇਦਾ ਹੋਇਆ ਹੋਵੇ, ਚਾਹੇ ਕਿਸੇ ਵੀ ਬੰਦੇ ਨੂੰ ਫਾਇਦਾ ਹੋਇਆ ਹੋਵੇ ਉਹਦਾ, ਪਰ ਜਿਹਦਾ ਨੁਕਸਾਨ ਹੋਇਆ, ਹੁਣ ਕਈ ਇਸ ਤਰ੍ਹਾਂ ਦੇ ਲੋਕ ਸੀ ਜਿਨ੍ਹਾਂ ਨੇ 2.2 2.3 ਦਾ ਘਰ ਲਿਆ ਜੀ, ਅੱਜ ਉਹਨਾਂ ਦੀ ਬੈਂਕ ਅਪਰੇਜ਼ਲ ਦੇ ਰਿਹਾ 1.7 ਮਿਲੀਅਨ। ਉਹ 5 ਤੋਂ 6 ਲੱਖ ਕਿਸੇ ਬੰਦੇ ਦੀ ਇਕੁਇਟੀ ਖਤਮ ਹੋ ਜਾਵੇ ਇੱਕ ਪ੍ਰਾਪਰਟੀ ਦੇ ਵਿੱਚ, ਉਹ ਬੰਦਾ ਘੱਟੋ ਘੱਟ 10 ਸਾਲ ਆਪਦੀ ਲਾਈਫ 'ਚ ਪਿੱਛੇ ਚਲੇ ਜਾਂਦਾ ਜੀ। ਜਾਂਦਾ ਕਿ ਨਹੀਂ ਜਾਂਦਾ ਜੀ? ਇਹ ਕਿੰਨਾ ਸੈਡ ਪਾਰਟ ਹੈ ਜੀ ਕਿ ਆਪਾਂ ਇਹ ਚੀਜ਼ਾਂ ਕਰ ਰਹੇ ਹਾਂ। ਹੁਣ ਦੂਜੇ ਪਾਸੇ ਗੱਲ ਆ ਜਾਂਦੀ ਹੈ ਕਿ ਜੇ ਉਹ ਪੈਸੇ ਵੱਧ ਲੈ ਗਏ ਉਹ ਕਿਸੇ ਦੀ ਪਾਕਟ 'ਚ ਗਏ ਆ, ਯੈਸ ਕਿਸੇ ਦੀ ਪਾਕਟ 'ਚ ਗਏ ਆ। ਮੈਂ ਇਸ ਗੱਲ ਨਾਲ ਬਿਲਕੁਲ ਐਗਰੀ ਕਰਦਾ ਕਿ ਜੇ ਕਿਸੇ ਦਾ ਲਾਸ ਆ ਤਾਂ ਕਿਸੇ ਦਾ ਬੈਨੀਫਿਟ ਵੀ ਹੋਇਆ, ਪਰ ਜਦੋਂ ਮੈਂ ਸੰਸਥਾ ਦਾ ਲੀਡਰ ਆ, ਜੇ ਮੈਂ ਸੰਸਥਾ ਦਾ ਲੀਡਰ ਆ ਤਾਂ ਮੇਰਾ ਇਹ ਦੇਖਣਾ ਫਰਜ਼ ਬਣਦਾ ਕਿ ਆਹ ਬੰਦਾ ਇੱਥੇ ਸਫਰ ਕਰ ਰਿਹਾ, ਆਹ ਬੰਦਾ ਇੱਥੇ ਗੇਨ ਕਰ ਰਿਹਾ, ਮੈਂ ਉਸ ਚੀਜ਼ ਨੂੰ ਕਰੈਕਟ ਕਰਾਂ, ਚਾਹੇ ਉਹ ਪਾਸਟ 'ਚ ਜਿਹੜੀ ਚੀਜ਼ ਹੋਗੀ ਜਿੱਦਾਂ ਮਰਜ਼ੀ ਹੋਗੀ, ਬਟ ਐਟਲੀਸਟ ਨੂੰ ਅੱਗੇ ਫਿਊਚਰ ਦੇ ਵਿੱਚ ਉਹਨੂੰ ਕਰੈਕਟ ਕੀਤਾ ਜਾਵੇ। ਹੁਣ ਵੀ ਜੇ ਕਦਮ ਚੁੱਕੇ ਜਾਣ ਤਾਂ ਲੌਂਗ ਟਰਮ 'ਚ ਇਹਨਾਂ ਦਾ ਰਿਜ਼ਲਟ ਦੇਖਣ ਨੂੰ ਮਿਲ ਸਕਦਾ, ਪਰ ਅਜੇ ਵੀ ਅਸੀਂ ਕੋਈ ਬਹੁਤੀ ਚੀਜ਼ ਇਹਦੇ ਵੱਲ ਹੁੰਦੀ ਦੇਖ ਨਹੀਂ ਰਹੇ। ਮਾਰਕੀਟ ਦੇ ਜਿਹੜੇ ਤਾਜ਼ਾ ਡਾਟਾ ਮੇਰੇ ਕੋਲ ਹੁਣ ਤੱਕ ਆਇਆ, ਕਹਿੰਦੇ ਵੀ ਇਸ ਸਾਲ ਜਿਹੜੇ ਜੁਲਾਈ ਦਾ ਰਿਹਾ ਵਾ ਕੰਡੋਮੀਨੀਅਮ ਦੀ ਸੇਲ ਦਾ ਖਾਸ ਤੌਰ ਤੇ ਪਿਛਲੇ 23 ਸਾਲ ਦਾ ਸਭ ਤੋਂ ਲੋਐਸਟ ਗਿਆ ਵਾ। ਇਸ ਵਕਤ ਮਾਰਕੀਟ ਦੀ ਗੱਲ ਕਰੀਏ, ਮਾਰਕੀਟ ਦੀ ਸਿਚੁਏਸ਼ਨ ਦੀ ਗੱਲ ਕਰੀਏ, ਕੀ ਲੱਗ ਰਿਹਾ ਜੇ ਸਤੰਬਰ 'ਚ ਇੰਟਰਸਟ ਰੇਟ ਫਿਰ ਤੋਂ ਵੱਧ ਰਹੀ ਹੈ ਤਾਂ ਬੈਂਕਰਪਸੀ ਵੱਲ ਨੂੰ ਲੋਕਾਂ ਦਾ ਜਾਣਾ ਸ਼ੁਰੂ ਹੋ ਜਾਣਾ? ਬਿਲਕੁਲ ਜੀ, ਦੇਖੋ ਇਨਵੈਂਟਰੀ ਜਿਹੜੀ ਹੈ ਹਾਲਾਂਕਿ ਜਿਹੜੀ ਨਾਰਮਲ ਲੈਵਲ ਤੇ ਹੁੰਦੀ ਹੈ ਉਨੀ ਹਜੇ ਨਹੀਂ ਹੈਗੀ, ਲੇਕਿਨ ਸੇਲਸ ਜਿਹੜੀਆਂ ਨੇ ਉਹ ਕਾਫੀ ਘਟ ਗਈਆਂ ਨੇ, ਜਿਹੜਾ ਅਸੀਂ ਮਾਰਕੀਟ ਦੇ ਵਿੱਚ ਰੁਝਾਨ ਦੇਖਿਆ ਆ, ਤੇ ਉਹਦੇ ਨਾਲ ਜਿਹੜੀ ਇਨਵੈਂਟਰੀ ਹੈ ਉਹ ਵਧੀ ਹੈਗੀ ਆ। ਐਕਚੁਅਲੀ ਇਨਵੈਂਟਰੀ ਵਧੀ ਨਹੀਂ ਹੈਗੀ, ਸੇਲਸ ਘਟਣ ਕਰਕੇ ਉਹ ਇਨਵੈਂਟਰੀ ਦੀ ਖਪਤ ਨਹੀਂ ਹੋਈ ਮਾਰਕੀਟ ਦੇ ਵਿੱਚ, ਸੋ ਉਹ ਲੱਗਦਾ ਕਿ ਇਨਵੈਂਟਰੀ ਵਧੀ ਹੈਗੀ ਆ। ਹੁਣ ਗੱਲ ਆ ਜਾਂਦੀ ਹੈ ਕਿ ਜੇ ਇੰਟਰਸਟ ਰੇਟ ਸੈਪਟੈਂਬਰ ਦੇ ਵਿੱਚ ਵੱਧਦਾ, ਜਿਹੜੇ ਕਿ ਸਾਰੀਆਂ ਇੰਡੀਕੇਸ਼ਨ ਇਹੀ ਨੇ ਕਿ ਇਹ ਜ਼ਰੂਰ ਵਧਾਉਣਗੇ ਇੰਟਰਸਟ ਰੇਟ ਜੀ, ਕਿ ਇਨਫਲੇਸ਼ਨ ਦੇ ਨੰਬਰਸ ਜਿਹੜੇ ਦੇਖੇ ਕਿ ਉਹ ਵਾਪਸ ਉੱਪਰ ਚਲੇ ਗਏ ਥੋੜੇ ਜਿਹੇ, ਸੋ ਉਹਦੇ ਤੋਂ ਲੱਗਦਾ ਕਿ ਜਿਹੜਾ ਇੰਟਰਸਟ ਰੇਟ ਡੈਫੀਨਿਟਲੀ ਵਧੇਗਾ। ਇੱਕ ਵੱਡਾ ਤਬਕਾ ਜਿਹੜੇ ਹੋਮ ਓਨਰਸ ਨੇ ਉਹਨਾਂ ਦਾ ਇਹ ਜਿਹਾ ਜੀ ਕਿ ਜਿਹੜੇ ਡਿਫਾਲਟ ਹੋਣ ਤੋਂ ਸਿਰਫ $200 ਪਰ ਮੰਥ ਅਵੇ ਨੇ, ਭਾਵ ਕਿ ਜੇ ਉਹਨਾਂ ਦੀ ਮੌਰਗੇਜ $200 ਮਹੀਨੇ ਦੀ ਵੱਧ ਜਾਂਦੀ ਹੈ ਤਾਂ ਉਹਨਾਂ ਕੋਲ ਉਹਨੂੰ ਪੇ ਕਰਨ ਦਾ ਕੋਈ ਜ਼ਰੀਆ ਨਹੀਂ ਹੈਗਾ।
ਲੋਕਾਂ ਨੇ ਆਲਰੇਡੀ ਜਿਹੜਾ ਆਪਣੀਆਂ ਪ੍ਰਾਪਰਟੀਆਂ ਰੀਫਾਈਨੈਂਸ ਕਰਕੇ ਐਕੁਇਟੀ ਕੱਢ ਕੇ ਕਿਵੇਂ ਨਾ ਕਿਵੇਂ ਜਿਹੜਾ ਉਹ ਕੰਮ ਚਲਾ ਰਹੇ ਨੇ। ਪਰ ਜੇ ਇੰਟਰਸਟ ਰੇਟ ਹੋਰ ਵੱਧਦਾ ਹੈ ਉਹਦਾ ਮਤਲਬ ਸਿੱਧਾ ਇਹ ਹੈ ਕਿ ਮੌਰਗੇਜ ਤੁਹਾਡੀ ਮੰਥਲੀ ਜਿਹੜੀ ਆ ਉਹ ਵੱਧ ਜਾਣੀ ਹੈ। ਕਾਫੀ ਵੱਡਾ ਤਬਕਾ ਇੱਕ ਇਹੋ ਜਿਹਾ ਹੋਏਗਾ ਜਿਹੜਾ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਆਏਗਾ ਇਹਦੇ ਨਾਲ, ਔਰ ਹੋ ਸਕਦਾ ਆ ਕਿ ਕਈਆਂ ਦਾ ਜਿਹੜਾ ਜਿਵੇਂ 89 90 ਦੇ ਵਿੱਚ ਅਸੀਂ ਸੁਣਦੇ ਹਾਂ ਕਿ ਕਾਫੀ ਲੋਕਾਂ ਨੂੰ ਆਪਣੀਆਂ ਚਾਬੀਆਂ ਜਿਹੜੀਆਂ ਬੈਂਕਾਂ ਨੂੰ ਦੇਣੀਆਂ ਪਈਆਂ। ਇਸ ਹਾਲਾਤ ਨਾਲ ਨਜਿੱਠਣ ਲਈ ਕੀ ਕੀਤਾ ਜਾ ਸਕਦਾ, ਕੋਈ ਵੇ ਹੈ ਜਾਂ ਕੋਈ ਤੁਸੀਂ ਸੁਜੈਸਟ ਕਰਨਾ ਚਾਹੋਗੇ? ਦੇਖੋ ਤਰਨ ਜੀ, ਇਹ ਹੈ ਕਿ ਇਹ ਜਿਹੜੀ ਪ੍ਰੋਬਲਮ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਕਿਸੇ ਵੀ ਪ੍ਰੋਬਲਮ ਨੂੰ ਫਿਕਸ ਨਾ ਕੀਤਾ ਜਾਵੇ। ਹਰ ਪ੍ਰੋਬਲਮ ਫਿਕਸ ਕੀਤੀ ਜਾ ਸਕਦੀ ਹੈ। ਮੈਂ ਸੌਰੀ ਤੁਹਾਨੂੰ ਇੱਥੇ ਇੰਟਰਰਪਟ ਕਰ ਰਹੀ ਹਾਂ। ਮੈਂ ਨਾ ਇਹਦੇ ਤੇ ਇੱਕ ਨਿਊਜ਼ ਕੀਤੀ ਸੀ ਰੀਅਲ ਸਟੇਟ ਦੇ, ਤੇ ਮੈਂ ਨੀਚੇ ਕਮੈਂਟਸ ਪੜ੍ਹ ਰਹੀ ਸੀ ਤਾਂ ਮੈਨੂੰ ਕਿਸੇ ਨੇ ਨੀਚੇ ਕਮੈਂਟ ਕੀਤਾ ਹੋਇਆ ਸੀ ਨਿਊਜ਼ ਦੇ ਨੀਚੇ ਕਿ ਵੀ ਮਕਾਨ ਮਾਲਕਾਂ ਨੂੰ ਕਾਹਦੀ ਚਿੰਤਾ, ਉਹਨਾਂ ਨੇ ਤਾਂ ਰੈਂਟ ਵਧਾ ਦੇਣਾ ਹੈ ਤੇ ਉਹ ਕਵਰ ਸਾਰਾ ਉਹਨਾਂ ਨੇ ਕਰ ਲੈਣਾ ਹੈ। ਸੋ ਮੈਂ ਇਸ ਟੌਪਿਕ ਦੇ ਉੱਤੇ ਵੀ ਗੱਲ ਕਰਨਾ ਚਾਹਾਂਗੀ। ਕੋਈ ਗੱਲ ਨਹੀਂ ਹੈ ਜੀ ਕਿ ਮਕਾਨ ਮਾਲਕ ਰੈਂਟ ਵਧਾ ਸਕਦੇ ਨੇ ਜਾਂ ਮਕਾਨ ਮਾਲਕਾਂ ਲਈ ਇਹ ਜਿਹੜੀ ਸਿਚੁਏਸ਼ਨ ਆ ਤਰਨ ਜੀ, ਇਹ ਕਿਸੇ ਵਾਸਤੇ ਵੀ ਠੀਕ ਨਹੀਂ ਹੈ। ਨਾ ਇਹ ਮਕਾਨ ਮਾਲਕ ਵਾਸਤੇ ਠੀਕ ਆ, ਨਾ ਟੈਨੈਂਟ ਵਾਸਤੇ ਠੀਕ ਆ, ਨਾ ਬਾਇਰ ਵਾਸਤੇ ਠੀਕ ਆ, ਨਾ ਸੈਲਰ ਵਾਸਤੇ ਠੀਕ ਆ, ਨਾ ਇਨਵੈਸਟਰ ਵਾਸਤੇ ਠੀਕ ਆ। ਇਹ ਸਿਚੁਏਸ਼ਨ ਕਿਸੇ ਵਾਸਤੇ ਵੀ ਠੀਕ ਨਹੀਂ ਹੈ। ਇਹਦੇ ਬਾਰੇ ਆਪਾਂ ਅੱਗੇ ਵੀ ਚਰਚਾ ਕੀਤੀ ਸੀ, ਆਪਾਂ ਦੁਬਾਰਾ ਫਿਰ ਇਹਦੇ ਬਾਰੇ ਗੱਲ ਕਰਾਂਗੇ ਕਿ ਕਿੱਦਾਂ ਇਹ ਸਿਚੁਏਸ਼ਨ ਆ ਜਿਹੜੀ ਕਿਸੇ ਬੰਦੇ ਵਾਸਤੇ ਵੀ ਠੀਕ ਨਹੀਂ ਹੈ। ਜਿਹੜੀ ਆਪਾਂ ਇਹ ਗੱਲ ਕਰ ਰਹੇ ਸੀ ਕਿ ਇਹਦਾ ਕੋਈ ਸੋਲੂਸ਼ਨ 100% ਇਹਦਾ ਕੋਈ ਨਾ ਕੋਈ ਸੋਲੂਸ਼ਨ ਕੀਤਾ ਜਾ ਸਕਦਾ। ਇਹ ਠੀਕ ਆ ਕਿ ਇਹ ਜਿਹੜੀ ਪ੍ਰੋਬਲਮ ਇੰਨੀ ਕੰਪਲਿਕੇਟ ਹੋਈ ਹੈ, ਨਾ ਤਾਂ ਇਹ ਇੱਕ ਦਿਨ 'ਚ ਕੰਪਲਿਕੇਟ ਹੋਈ ਹੈ ਜੀ, ਔਰ ਨਾ ਹੀ ਇਹਨੇ ਇੱਕ ਦਿਨ ਦੇ ਵਿੱਚ ਸੌਰਟ ਆਊਟ ਹੋਣਾ। ਇਹਨੇ ਇੱਕ ਦਿਨ ਦੇ ਵਿੱਚ ਵੀ ਨਹੀਂ ਸੌਰਟ ਆਊਟ ਹੋਣਾਗਾ। ਜੇ ਆਪਾਂ ਥੋੜੇ ਇਹਦੇ ਵਾਸਤੇ ਕਦਮ ਚੱਕਾਂਗੇ ਤਾਂ ਐਟਲੀਸਟ ਇਹ ਪ੍ਰੋਬਲਮ ਦਾ ਕੁਛ ਨਾ ਕੁਛ ਸੋਲੂਸ਼ਨ ਹੋਣਾ ਸ਼ੁਰੂ ਹੋਏਗਾ। ਜਿਹੜਾ ਸੈਡ ਪਾਰਟ ਹੈ ਇਸ ਟਾਈਮ ਮਾਰਕੀਟ ਦੇ ਵਿੱਚ ਉਹ ਇਹ ਆ ਕਿ ਇਹਨੂੰ ਠੀਕ ਕਰਨ ਵਾਸਤੇ ਹਜੇ ਵੀ ਕੋਈ ਕਦਮ ਨਹੀਂ ਚੱਕਿਆ ਜਾ ਰਿਹਾ ਹੈ। ਸੋ ਉਹਦੇ ਕਰਕੇ ਇਹ ਪ੍ਰੋਬਲਮ ਆ ਜਿਹੜੀ ਦਿਨੋਂ ਦਿਨ ਹੋਰ ਕੰਪਲਿਕੇਟ ਹੁੰਦੀ ਜਾ ਰਹੀ ਹੈ, ਦਿਨੋਂ ਦਿਨ ਹੋਰ ਔਖਾ ਹੁੰਦਾ ਜਾ ਰਿਹਾ। ਯੈਸ, ਜੇ ਸਰਕਾਰ ਚਾਹੇ ਮਤਲਬ ਇਸ ਚੀਜ਼ ਤੇ ਕਿ ਕੋਈ ਨਾ ਕੋਈ ਇਹਦੇ ਬਾਰੇ ਪਾਲਿਸੀ ਬਣਾਈ ਜਾਵੇ। ਆਪਾਂ ਬੜੀਆਂ ਅੱਗੇ ਵੀ ਗੱਲਾਂ ਕੀਤੀਆਂ ਨੇ। ਦੇਰ ਆਰ ਸੋ ਮੈਨੀ ਵੇਜ਼। ਆਪਾਂ ਇੱਕ ਚੀਜ਼ ਦੱਸੋ ਤੁਸੀਂ, ਇਹ ਜਿਹੜੀ ਚੀਜ਼ ਆ ਕਿ ਆਪਾਂ ਇਹ ਨਹੀਂ ਕਹਿੰਦੇ ਕਿ ਲੋਕੀ ਰੀਅਲ ਸਟੇਟ 'ਚ ਇਨਵੈਸਟਮੈਂਟ ਨਾ ਕਰਨ ਜਾਂ ਲੋਕਾਂ ਨੂੰ ਇਨਵੈਸਟ ਨਹੀਂ ਕਰਨਾ ਚਾਹੀਦਾ। ਜੇ ਆਪਾਂ ਨੂੰ ਲੱਗਦਾ ਕਿ ਘਰਾਂ ਦੀ ਸ਼ਾਰਟੇਜ ਆ ਤਾਂ ਕੁਝ ਇਦਾਂ ਦੀਆਂ ਪਾਲਿਸੀਜ਼ ਬਣਾ ਦੇਣੀਆਂ ਚਾਹੀਦੀਆਂ ਨੇ ਕਿ ਜਿਹੜੇ ਬੰਦੇ ਫਸਟ ਟਾਈਮ ਘਰ ਬਾਏ ਕਰ ਰਹੇ ਆ ਉਹਨਾਂ ਨੂੰ ਕੁਝ ਤਰ੍ਹਾਂ ਦੀਆਂ ਗਵਰਨਮੈਂਟ ਕਨੀਓ ਇਨਸੈਂਟਿਵਸ ਹੋਣ। ਜੇ ਕੋਈ ਬੰਦਾ ਸੈਕੰਡ ਜਾਂ ਥਰਡ ਟਾਈਮ ਬਾਇਰ ਆ ਤਾਂ ਉਹਨਾਂ ਦੇ ਇਨਸੈਂਟਿਵ ਘਟਾ ਦਿੱਤੇ ਜਾਣ। ਜੇ ਕੋਈ ਬੰਦੇ ਉਸ ਤੋਂ ਵੱਧ ਪ੍ਰਾਪਰਟੀ 'ਚ ਹੋਲਡ ਕਰਦੇ ਨੇ ਤਾਂ ਉਹਨਾਂ ਨੂੰ ਕਿਹਾ ਜਾਵੇ ਕਿ ਫਾਰ ਦਾ ਟਾਈਮ ਬੀਇੰਗ, ਜਿੰਨਾ ਚਿਰ ਆਪਾਂ ਇਹ ਪ੍ਰੋਬਲਮ ਨੂੰ ਮੇਕਅਪ ਨਹੀਂ ਕਰ ਪਾਉਂਦੇਗੇ, ਹਜੇ ਤੁਸੀਂ ਇਸ ਤੋਂ ਵੱਧ ਜਿਹੜੀਆਂ ਪ੍ਰਾਪਰਟੀਆਂ ਨੇ ਨਹੀਂ ਹੋਲਡ ਲੈ ਸਕਦੇਗੇ। ਮਤਲਬ ਦੇਰ ਆਰ ਸੋ ਮੈਨੀ ਵੇ ਜੇ ਆਪਾਂ ਪ੍ਰੋਬਲਮ ਨੂੰ ਹੀ ਸੋਲਵ ਕਰਨਾ ਹੋਵੇ। ਹੁਣ ਤੁਸੀਂ ਇੱਕ ਚੀਜ਼ ਦੇਖੋ, ਮਾਰਕੀਟ ਦੇ ਵਿੱਚ ਇਨਵੈਸਟਰ ਵੀ ਜ਼ਰੂਰੀ, ਆਪਾਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰਦੇ ਕਿ ਉਸ ਤੋਂ ਬਿਨਾਂ ਇੱਕ ਚੀਜ਼ ਇਹ ਹੈ ਕਿ ਜਿੱਦਾਂ ਆਪਣੇ ਪਾਪੂਲੇਸ਼ਨ ਵੱਧ ਰਹੀ ਆ, ਲੋਕਾਂ ਨੂੰ ਘੱਟੋ ਘੱਟ ਰਹਿਣ ਵਾਸਤੇ ਜਗ੍ਹਾ ਚਾਹੀਦੀ ਆ, ਤਾਂ ਗਵਰਨਮੈਂਟ ਕੁਛ ਨਾ ਕੁਛ ਇਦਾਂ ਦੀਆਂ ਪਾਲਿਸੀਜ਼ ਬਣਾ ਸਕਦੀ ਹੈ ਕਿ ਆਪਾਂ ਕੁਛ ਰੈਂਟਲ ਬਿਲਡਿੰਗਸ ਬਣਾ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੇ ਰਹਿਣ ਵਾਸਤੇ ਘੱਟੋ ਘੱਟ ਜਗ੍ਹਾ ਦਾ ਇੰਤਜ਼ਾਮ ਹੋਏਗਾ ਜੀ। ਅੱਗੇ ਵੀ ਆਪਾਂ ਕਈ ਵਾਰ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ, ਦੇਰ ਆਰ ਸੋ ਮੈਨੀ ਕੰਟਰੀ 'ਚ ਜਿੱਥੇ ਕਿ ਰੈਂਟਲ ਬਿਲਡਿੰਗਸ ਨੇ, ਔਰ ਉਹਦੇ 'ਚ ਕੀ ਆ, ਅੱਜ ਦੀ ਡੇਟ ਦੇ ਵਿੱਚ ਜੇ ਸਰਕਾਰ ਨੂੰ ਇਹ ਗੱਲ ਲੱਗਦੀ ਹੈ ਕਿ ਵੀ ਹਾਂਜੀ ਅਸੀਂ ਰੈਂਟਲ ਬਿਲਡਿੰਗ ਬਣਾਵਾਂਗੇ ਤਾਂ ਲੋਕਾਂ ਤੋਂ ਰੈਂਟ ਘੱਟ ਹੋਏਗਾ, ਉਹ ਜਿਹੜਾ ਮਾਰਕੀਟ ਦਾ ਰੈਂਟ ਆ ਲੋਕੀ ਮੈਨੂੰ ਲੱਗਦਾ ਉਹ ਰੈਂਟ ਵੀ ਪੇ ਕਰਨ ਲਈ ਤਿਆਰ ਹੋ ਜਾਣਗੇ। ਕੋਈ ਇਦਾਂ ਦੀ ਗੱਲ ਨਹੀਂ ਹੈ, ਬਟ ਘੱਟੋ ਘੱਟ ਪ੍ਰੋਬਲਮ ਨੂੰ ਫਿਕਸ ਕਰਨ ਵਾਸਤੇ ਕੋਈ ਨਾ ਕੋਈ ਜਿਹੜਾ ਸਟੈਪ ਆ ਉਹ ਜ਼ਰੂਰ ਚੱਕਣਾ ਚਾਹੀਦਾ ਹੈ। ਮੈਂ ਦੇਖ ਰਹੀ ਸੀ ਹੁਣੇ ਕੁਝ ਨਿਊਜ਼ ਸੁਣ ਰਹੀ ਸੀ, ਕਹਿੰਦੇ ਕਿ ਜਗਮੀਤ ਸਿੰਘ ਦੀ ਸਟੇਟਮੈਂਟ ਆਈ ਆ ਕਿ ਵੀ ਟਰੂਡੋ ਤੇ ਮਿਸਟਰ ਪੀਅਰ ਪੌਲੇ ਆਪਸ ਦੇ ਵਿੱਚ ਹੀ ਲੜ ਰਹੇ ਆ, ਬਲੇਮ ਗੇਮ ਖੇਡ ਰਹੇ ਆ ਕਿ ਘਰਾਂ ਦੀ ਕਿੱਲਤ ਇਹਨਾਂ ਕਰਕੇ ਹੋਈ ਆ, ਉਹਨਾਂ ਕਰਕੇ ਹੋਈ, ਕਿ ਸਾਡੀ ਪਾਰਟੀ ਆ, ਜੇ ਸਾਡੀ ਪਾਰਟੀ ਆਉਂਦੀ ਆ ਤਾਂ ਅਸੀਂ ਘਰ ਬਣਾ ਕੇ ਤੁਹਾਨੂੰ ਦਿਖਾਵਾਂਗੇ। ਸੋ ਜੇ ਤੁਸੀਂ ਇਸ ਵਕਤ ਤੁਹਾਡੀ ਭਾਈਵਾਲ ਪਾਰਟੀ ਹੈਗੀ, ਤੁਸੀਂ ਨਾਲ ਮਿਲ ਕੇ ਉਹਨਾਂ ਦੇ ਕੰਮ ਕਰ ਰਹੇ ਹੋ, ਤਾਂ ਤੁਸੀਂ ਜਿਹੜੇ ਜਾਦੂ ਦੀ ਛੜੀ ਹੈਗੀ ਆ ਤੁਸੀਂ ਉਹਨਾਂ ਨੂੰ ਦਿਖਾ ਦਿਓ ਵੀ ਕਿਹੜੀ ਜਾਦੂ ਦੀ ਛੜੀ ਨਾਲ ਤੁਸੀਂ ਕਰ ਸਕਦੇ ਹੋ। ਇਸ ਵਕਤ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਰੈੱਡ ਟੇਪ ਘਟਾਉਣ ਦੀ ਗੱਲ, ਆਪਾਂ ਗੱਲ ਕੀਤੀ ਆ ਕਿ ਪ੍ਰੋਡਕਸ਼ਨ ਨੂੰ ਵਧਾਉਣ ਦੀ ਗੱਲ ਕੀਤੀ ਆ, ਆਪਾਂ ਕਾਮਿਆਂ ਦੀ ਗੱਲ ਕੀਤੀ ਆ, ਤਾਂ ਜਿਹੜਾ ਇਸ ਵਕਤ ਬਿਲਡਰ ਨੂੰ ਵੀ ਪ੍ਰੋਜੈਕਟ ਲਿਆਉਣ ਲਈ ਕਿੰਨੇ ਸਾਲ ਦਾ ਵੇਟਿੰਗ ਸਮਾਂ ਜਿਹੜਾ ਲੱਗ ਰਿਹਾ ਵਾ ਉਹਨੂੰ ਘਟਾਇਆ ਜਾਵੇ। ਸਰਕਾਰ ਦਾ ਕੀ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈਗਾ? ਦੇਖੋ, ਪਾਲਿਸੀਜ਼ ਜਿਹੜੀਆਂ ਨੇ ਡੈਫੀਨਿਟਲੀ ਗਵਰਨਮੈਂਟ ਨੇ ਬਣਾਉਣੀਆਂ ਹੁੰਦੀਆਂ ਆ। ਜਿਵੇਂ ਮੈਂ ਗੱਲ ਕੀਤੀ ਕਿ ਜੇ ਆਪਾਂ ਓਨਟਾਰੀਓ ਦੀ ਗੱਲ ਕਰੀਏ, ਪ੍ਰੀਮੀਅਰ ਫੋਰਡ ਨੇ ਹਾਲਾਂਕਿ ਕਈ ਸਟੈਪ ਲਏ ਆ ਜਿਨ੍ਹਾਂ ਨਾਲ ਇਹ ਪ੍ਰੋਸੈਸ ਥੋੜਾ ਜਿਹਾ ਸੌਖਾ ਹੋਇਆ ਆ, ਪਰ ਜਿਹੜੇ ਇਸ ਕਿਉਂਕਿ ਪ੍ਰੋਜੈਕਟ ਜਿਹੜੇ ਨੇ ਉਹ ਦੇਖੋ 1 ਸਾਲ ਦੇ ਵਿੱਚ ਜਾਂ ਇੰਨੇ ਟਾਈਮ ਦੇ ਵਿੱਚ ਕੰਪਲੀਟ ਤਾਂ ਨਹੀਂ ਨਾ ਹੁੰਦੇ ਹੈਗੇ। ਜਿਹੜੇ ਇੰਨੀ ਦੇਰ ਤੋਂ ਪੈਂਡਿੰਗ ਪ੍ਰੋਜੈਕਟ ਸੀਗੇ ਉਹ ਠੀਕ ਹੈ ਕਿ ਉਹ ਨੈਕਸਟ ਸਟੈਪ ਉਹਨਾਂ ਦਾ ਜਿਹੜਾ ਉਹ ਥੋੜਾ ਜਿਹਾ ਫਾਸਟਰ ਹੋਏਗਾ।
ਘਰਾਂ ਨੂੰ ਬਣਾਉਣ ਵਾਸਤੇ ਵੀ ਟਾਈਮ ਚਾਹੀਦਾ ਆ, ਉਹਨਾਂ ਦੇ ਵਾਸਤੇ ਇਨਫਰਾਸਟ੍ਰਕਚਰ ਚਾਹੀਦਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਟਾਈਮ ਲੈਂਦੀਆਂ ਨੇ। ਪ੍ਰੋਬਲਮ ਕਿਉਂਕਿ ਪਿਛਲੇ ਇੰਨੇ ਲੰਬੇ ਸਮੇਂ ਤੋਂ ਚੱਲ ਰਹੀ ਸੀਗੀ, ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਹੁਣ ਜਿਹੜਾ ਧਿਆਨ ਦਿੱਤਾ ਜਾ ਰਿਹਾ ਤਾਂ ਡੈਫੀਨਿਟਲੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਚੰਗੇ ਰਿਜ਼ਲਟਸ ਆਉਣਗੇ, ਪਰ ਡੈਫੀਨਿਟਲੀ ਉਹਦੇ ਵਾਸਤੇ ਸਾਨੂੰ ਵੇਟ ਕਰਨੀ ਪਏਗੀ। ਜੇ ਆਪਾਂ ਕਹੀਏ ਕਿ ਰਾਤੋਂ ਰਾਤ ਕੋਈ ਇਹਦਾ ਸੋਲੂਸ਼ਨ ਨਿਕਲ ਸਕਦਾ ਹੈ ਤਾਂ ਉਹ ਥੋੜਾ ਜਿਹਾ ਡਿਫਿਕਲਟ ਹੈ। ਵਿੱਚ ਦੀ ਪਿੱਛੇ ਜੇ ਬੈਂਕ ਆਫ ਕੈਨੇਡਾ ਨੇ ਵਿੱਚ ਦੀ ਇੱਕ ਟਰਮ ਲਈ ਕੀਤਾ ਸੀ ਕਿ ਪੌਜ਼ ਕੀਤੇ ਸੀਗੇ ਜਿਹੜੇ ਰੇਟ ਸੀਗੇ, ਰੇਟ ਆਫ ਇੰਟਰਸਟ ਵਧਾਈ ਨਹੀਂ ਸੀਗੀ, ਤਾਂ ਉਸ ਟਾਈਮ ਅਸੀਂ ਦੇਖਿਆ ਸੀ ਕਿ ਇੱਕ ਵਾਰ ਫਿਰ ਰੀਅਲ ਸਟੇਟ ਦੇ ਵਿੱਚ ਬਿਡਿੰਗ ਸਿਸਟਮ ਸ਼ੁਰੂ ਹੋ ਗਿਆ ਸੀ। ਤੁਹਾਨੂੰ ਲੱਗਦਾ ਜੇ ਇਸ ਵਾਰ ਫਿਰ ਪੌਜ਼ ਕਰਦੇ ਆ ਉਹੀ ਹਾਲਾਤ ਦੁਬਾਰਾ ਹੋ ਸਕਦੇ ਆ, ਜਾਂ ਇਸ ਵਾਰੀ ਲੋਕੀ ਥੋੜਾ ਸੰਭਲ ਚੁੱਕੇ ਨੇ ਜਾਂ ਜਾਣ ਚੁੱਕੇ ਨੇ ਵੀ ਐਟਲੀਸਟ ਇਹ ਸਾਲ ਤਾਂ ਜਿਹੜੀ ਆ ਹਾਲਾਤ ਸੁਧਰਨ ਵਾਲੇ ਨਹੀਂ ਹੈਗੇ, ਤਾਂ ਸੋਚ ਸਮਝ ਕੇ ਕਰੀਏ? ਤਰਨ ਜੀ, ਜਿਸ ਤਰ੍ਹਾਂ ਮੈਂ ਅੱਗੇ ਗੱਲ ਕੀਤੀ ਹੈ ਕਿ ਜੇ ਸਰਕਾਰ ਰਿਸਪੌਂਸਿਬਿਲਟੀ ਲਵੇ, ਕੋਈ ਵੀ ਬੰਦਾ ਜਿਹੜਾ ਜੀ ਉਹ ਰਿਸਪੌਂਸਿਬਿਲਟੀ ਲਵੇ, ਜੇ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਪ੍ਰੋਬਲਮ ਦਾ ਹਮੇਸ਼ਾ ਸੋਲੂਸ਼ਨ ਹੁੰਦਾ। ਬਿਡਿੰਗ ਸਿਸਟਮ, ਬਿਡਿੰਗ ਵਾਰ ਕਿਉਂ ਸ਼ੁਰੂ ਹੁੰਦੀ ਹੈ? ਜਦੋਂ ਡਿਮਾਂਡ ਜ਼ਿਆਦਾ ਹੁੰਦੀ ਹੈ। ਸਿੰਪਲ ਜੀ ਗੱਲ ਹੈ ਜੀ, ਇਹੀ ਹੈ ਨਾ ਜੀ। ਜੇ ਸਰਕਾਰ ਸਵੇਰੇ ਇਹ ਪਾਲਿਸੀ ਬਣਾ ਦੇਵੇ ਜੀ ਕਿ ਇੱਥੇ ਮਲਟੀਪਲ ਆਫਰ ਨਹੀਂ ਹੋ ਸਕਦੀ ਗੀ, ਬਲਾਈਂਡ ਬਿਡਿੰਗ ਨਹੀਂ ਹੋ ਸਕਦੀ, ਮੈਨੂੰ ਦੱਸੋ ਕਿ ਰੁਕ ਨਹੀਂ ਜਾਊਗੀ? ਉਹ ਸਵੇਰੇ ਰੁਕ ਜੂਗੀ? ਉਹ ਐਸੀ ਕਿਹੜੀ ਚੀਜ਼ ਹੈ ਕਿ ਜਿਹੜੀ ਨਹੀਂ ਰੋਕੀ ਜਾ ਸਕਦੀ? ਮਤਲਬ ਆਪਾਂ ਫੋਰਸ ਕਰ ਰਹੇ ਹਾਂ ਡਿਮਾਂਡ ਕਰਕੇ ਇੱਕ ਬੰਦੇ ਨੂੰ ਅੱਖਾਂ ਮੀਚ ਕੇ ਕਿਸੇ ਘਰ ਦਾ ਪ੍ਰਾਈਸ ਦੇਣ ਵਾਸਤੇ। ਉਹ ਬੰਦਾ ਹੁਣ ਵਿਚਾਰਾ ਕਰੇ ਕੀ ਜਿਹਨੇ ਘਰ ਲੈਣਾ ਜੀ? ਜੇ ਉਹਨੂੰ ਰਹਿਣ ਵਾਸਤੇ ਜਗ੍ਹਾ ਦੀ ਲੋੜ ਆ, ਉਹ ਕੀ ਕਰੂਗਾ ਜੀ? ਉਹ ਕੋਈ ਨਾ ਕੋਈ ਤਾਂ ਤਰੀਕਾ ਲੱਭੂਗਾ ਨਾ ਉਸ ਘਰ ਨੂੰ ਲੈਣ ਵਾਸਤੇ ਜੀ। ਔਰ ਜਦੋਂ ਵੀ ਕੋਈ ਸਿਸਟਮ ਦੇ ਵਿੱਚ ਪ੍ਰੋਬਲਮ ਹੁੰਦੀ ਆ ਤਾਂ ਹਰ ਆਦਮੀ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਜੀ। ਜੇ ਸਰਕਾਰ ਇਹ ਗੱਲ ਕਰ ਦੇਵੇ ਜੀ ਕਿ ਇੱਥੇ ਮਤਲਬ ਮਲਟੀਪਲ ਆਫਰ, ਅੱਗੇ ਦੇ ਬਾਰੇ ਕਈ ਵਾਰ ਗੱਲ ਵੀ ਹੋਈ ਹੈ ਜੀ ਵੀ ਇਹ ਜਿਹੜੀ ਚੀਜ਼ ਹੈ ਨਹੀਂ ਹੋਊਗੀ ਤਾਂ ਬੰਦ ਹੋ ਜੂਗੀ, ਉਹਦੇ ਚ ਕਿਹੜੀ ਗੱਲ ਹੈ ਜੀ? ਬਿਡਿੰਗ ਰੋਕਣ ਵਾਲੀ ਕਿਹੜੀ ਗੱਲ ਹੈ? ਕਲੋਜ਼ਡ ਬਿਡਿੰਗ ਸਿਸਟਮ ਹੈ, ਉਹਨੂੰ ਆਕਸ਼ਨ ਦੇ ਵਿੱਚ ਬਦਲ ਦਿੱਤਾ ਜਾਵੇ ਕਿ ਤੁਸੀਂ ਜਿਹੜੀ ਹੈ ਓਪਨ ਬੋਲੀ ਲੱਗੇਗੀ ਘਰ ਦੀ। ਆਸਟ੍ਰੇਲੀਆ ਦੇ ਵਿੱਚ ਇਹ ਜਿਹੜੀ ਪ੍ਰੋਸੈਸ ਹੈ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ, ਤੇ ਉਹੀ ਇੱਥੇ ਵੀ ਕੀਤਾ ਜਾ ਸਕਦਾ ਹੈ। ਜਿਵੇਂ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਮਤਲਬ ਜੇ ਕੋਈ ਆਪਾਂ ਨੂੰ ਚੀਜ਼ ਲੱਗ ਰਹੀ ਹੈ ਕਿ ਇਹ ਚੀਜ਼ ਪ੍ਰੋਬਲਮ ਦੇ ਰਹੀ ਹੈ ਜੀ, ਮੈਂ ਕਹਿੰਦਾ ਜੀ ਆਪਾਂ ਇਹ ਵੀ ਨਾ ਗੱਲ ਕਹੀਏ ਜੀ ਕਿ ਅਸੀਂ ਕੋਈ ਪੱਕਾ ਹੀ ਰੂਲ ਬਣਾਦਾ, ਆਪਾਂ ਇਹ ਗੱਲ ਕਹੀਏ ਕਿ ਅਸੀਂ ਇਸ ਪ੍ਰੋਬਲਮ ਨੂੰ ਫਿਕਸ ਕਰਨ ਵਾਸਤੇ ਟੈਂਪਰੇਰੀਲੀ ਆਹ ਮੈਜਰਸ ਲੈ ਰਹੇ ਹਾਂ। ਅੱਜ ਦੀ ਡੇਟ ਦੇ ਵਿੱਚ ਆਹ ਚੀਜ਼ਾਂ ਨੂੰ ਇਦਾਂ ਕੀਤਾ ਜਾਊਗਾ। ਉਹਨਾਂ ਦਾ ਤੁਸੀਂ 6 ਮਹੀਨੇ 'ਚ ਰਿਜ਼ਲਟ ਦੇਖ ਲਓ। ਜੇ ਤੁਹਾਨੂੰ ਲੱਗ ਰਿਹਾ ਕਿ ਉਹ ਚੀਜ਼ਾਂ ਬੈਟਰ ਰਿਜ਼ਲਟ ਲਿਆ ਰਹੀਆਂ ਨੇ ਤਾਂ ਉਹਨਾਂ ਨੂੰ ਅੱਗੇ ਇੰਪਲੀਮੈਂਟ ਕਰ ਦਿਓ, ਜੇ ਨਹੀਂ ਬੈਟਰ ਰਿਜ਼ਲਟ ਲਿਆ ਰਹੀਆਂ ਤਾਂ ਉਹਨਾਂ ਨੂੰ ਚੇਂਜ ਕਰ ਦਿਓ। ਆਪਾਂ ਇਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ, ਪਰ ਨਾਲ ਦੀ ਨਾਲ ਥੋੜਾ ਜਿਹਾ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਅਜੇ ਵੀ ਮਾਰਕੀਟ ਦੇ ਵਿੱਚ ਕੁਝ ਇਨਵੈਸਟਰਸ ਹੁੰਦੇ ਆ ਜਿਹੜੇ ਕਿ ਮੌਕੇ ਦਾ ਫਾਇਦਾ ਚੱਕਦੇ ਨੇ ਤੇ ਸੋਚਦੇ ਨੇ ਕਿ ਵੀ ਸ਼ਾਇਦ ਇਹ ਟਾਈਮ ਬੈਟਰ ਹੋ ਸਕਦਾ ਉਹਨਾਂ ਦੇ ਲਈ, ਇਨਵੈਸਟਮੈਂਟ ਦੇ ਲਈ। ਸੋ ਕਿੰਨਾਂ ਦੇ ਲਈ ਇਹ ਬੈਟਰ ਆਪਸ਼ਨ ਹੋ ਸਕਦਾ ਆ? ਦੇਖੋ, ਮਾਰਕੀਟ ਦੇ ਵਿੱਚ ਜਦੋਂ ਕਦੇ ਵੀ ਕੋਈ ਚੈਲੰਜ ਆਉਂਦਾ ਹੈ, ਮਾਰਕੀਟ ਕਦੇ ਵੀ ਜਿਵੇਂ ਕਹਿ ਲਓ ਕਿ ਔਖੀ ਹੁੰਦੀ ਹੈ ਜੀ, ਉਹ ਹਮੇਸ਼ਾ ਇਨਵੈਸਟਮੈਂਟ ਵਾਸਤੇ ਵਧੀਆ ਓਪਰਚੁਨਿਟੀ ਹੁੰਦੀ ਹੈ ਜੀ, ਆਲਵੇਜ਼। ਮਤਲਬ ਹੁਣ ਇਹ ਜਿਹੜੀ ਮਾਰਕੀਟ ਆ, ਅੱਜ ਮਾਰਕੀਟ ਦੇ ਵਿੱਚ ਕੀ ਹੋ ਰਿਹਾ, ਡਿਮਾਂਡ ਹੈਗੀ ਆ, ਡਿਮਾਂਡ ਹੋਣ ਦੇ ਬਾਵਜੂਦ ਲੋਕ ਬਾਏ ਨਹੀਂ ਕਰ ਰਹੇ। ਜਿਹੜੇ ਸਮਝਦਾਰ ਇਨਵੈਸਟਰਸ ਨੇ, ਜਿਨ੍ਹਾਂ ਨੇ ਮਾਰਕੀਟ ਦੀਆਂ ਸਾਈਕਲਸ ਦੇਖੀਆਂ ਨੇ, ਉਹ ਇਸ ਮਾਰਕੀਟ ਦਾ ਫਾਇਦਾ ਲੈ ਰਹੇ ਨੇ। ਉਹ ਅੱਜ ਵੀ ਇਸ ਮਾਰਕੀਟ ਦੇ ਵਿੱਚ ਬਾਇੰਗ ਕਰ ਰਹੇ ਨੇ। ਔਰ ਉਹ ਕੀ ਆ ਤਰਨ ਜੀ, ਇਹਦੇ ਚ ਕੋਈ, ਹੁਣ ਮੈਂ ਇਹ ਨਹੀਂ ਕਹਿੰਦਾ ਕਿ ਵੀ ਇਹ ਕੈਟਾਗਰੀ ਠੀਕ ਆ ਔਰ ਇਹ ਕੈਟਾਗਰੀ ਗਲਤ ਆ। ਹੁਣ ਜਿਹੜਾ ਇਨਵੈਸਟਰ ਆ, ਇਨਵੈਸਟਰ ਦਾ ਕੰਮ ਹੀ ਇਹੀ ਹੈ ਜੀ ਕਿ ਉਹਨੇ ਇਹ ਦੇਖਣਾ ਕਿ ਮਾਰਕੀਟ ਦੀ ਕਿਹੜੀ ਸਾਈਕਲ ਵਧੀਆ, ਮੈਂ ਕਿੱਥੇ ਇਨਵੈਸਟ ਕਰਾਂ। ਇਹੀ ਉਹਦਾ ਕੰਮ ਆ ਜੀ। ਉਹਨੇ ਉੱਥੇ ਆਪ ਤਾਂ ਰਹਿਣਾ ਨਹੀਂਗਾ। ਸੋ ਅੱਜ ਦੀ ਡੇਟ ਦੇ ਵਿੱਚ ਜਿਵੇਂ ਕਹਿ ਲਓ ਕਿ ਗੱਲ ਕਰਾਂਗੇ, ਸਾਡੇ ਨਾਲ ਦਰਸ਼ਕ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਈਟੋਬੀਕੋ ਜੀ ਬੋਲਦਾ ਸੀਗਾ। ਮੈਂ ਤੁਹਾਡੇ ਨਾਲ ਡਿਸਕਸ਼ਨ ਸੁਣ ਰਿਹਾ ਸੀਗਾ ਤੇ ਮੇਰਾ ਇੱਕ ਕੁਐਸਚਨ ਹੈਗਾ ਜੀ, ਕਿਉਂਕਿ ਹੁਣ ਦੇਖੋ ਇੱਕ ਐਗਜ਼ਾਮਪਲ ਲਓ, ਜੇ ਹੁਣ ਕਹਿੰਦੇ ਮਹਿੰਗਾਈ, ਇਨਫਲੇਸ਼ਨ ਹੋ ਰਹੀ ਹੈ, ਰਾਈਟ? इन्फ्लेशन ताही हो रही है क्योंकि रेंट ज्यादा, राइट जी, और रेंट घटोगे तो इन्फ्लेशन घटनी है। रेंट ता घटोगे जे घर की वैल्यू घटोगी, राइट? सो ये बड़ा हुण विशियस सर्कल बनया है, जेड़ा मैं नहीं कहना पर कुछ क्रेडिट लोक्स ने इन्हां नूं मैनिपुलेट कीता हाउसिंग, हुण रियल मार्केट दे विच आ रहे हैं। ਜੀ, ਥੈਂਕ ਯੂ ਸੋ ਮਚ ਜੀ। ਤੁਸੀਂ ਪ੍ਰੋਗਰਾਮ ਦੇਖ ਰਹੇ ਹੋ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਥੈਂਕ ਯੂ। ਰੈਂਟ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਕਿ ਇਹ ਵਧਾ ਰਿਹਾ ਵਾ ਇਨਫਲੇਸ਼ਨ? ਦੇਖੋ, ਇੱਕ ਚੀਜ਼ ਹੈ ਤਰਨ ਜੀ, ਜਿਹੜਾ ਰੈਂਟ ਆ, ਇਹ ਸਾਰੀਆਂ ਚੀਜ਼ਾਂ ਪਾਰਟ ਪਲੇ ਕਰ ਰਹੀਆਂ ਨੇ। ਰੈਂਟ ਵੀ ਪਾਰਟ ਪਲੇ ਕਰ ਰਿਹਾ, ਘਰਾਂ ਦੀ ਪ੍ਰਾਈਸਿੰਗ ਵੀ ਪਾਰਟ ਪਲੇ ਕਰ ਰਹੀ ਆ।
ਆਪਾਂ ਜਿੱਦਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਕਿ ਪ੍ਰੋਬਲਮ ਜਿਹੜੀ ਇੱਕ ਦਿਨ 'ਚ ਨਹੀਂ ਕੰਪਲਿਕੇਟ ਹੋਈ, ਇਹ ਪ੍ਰੋਬਲਮ ਕਾਫੀ ਟਾਈਮ ਤੋਂ ਚੱਲੀ ਆ ਰਹੀ ਸੀ। ਬਟ ਇਹ ਹੈ ਕਿ ਪਹਿਲਾਂ ਆਪਾਂ ਇਹਨਾਂ ਨੂੰ ਇਗਨੋਰ ਕਰੀ ਗਏ, ਹੁਣ ਇੱਕ ਇਹੋ ਜਿਹੀ ਟਾਈਮ ਆ ਗਿਆ ਕਿ ਜਿੱਥੇ ਇਗਨੋਰ ਹੋਣ ਜੋਗੀ ਰਹੀ ਨਹੀਂ ਇਹ, ਮਤਲਬ। ਔਰ ਉਹਦੇ 'ਚ ਜਿਵੇਂ ਕਹਿ ਲਓ ਕਿ ਕੋਵਿਡ ਦੇ ਟਾਈਮ ਦੀਆਂ ਕੁਝ ਹੋਰ ਚੀਜ਼ਾਂ ਜਿਹੜੀਆਂ ਪਾਲਿਸੀਜ਼ ਹੋਈਆਂ ਸਰਕਾਰ ਦੀਆਂ, ਉਹਨਾਂ ਨੇ ਇਹ ਪ੍ਰੋਬਲਮ ਨੂੰ ਜਿਵੇਂ ਕਹਿ ਲਓ ਕਿ ਤੇਜ਼ੀ ਨਾਲ ਹੋਰ ਕੰਪਲਿਕੇਟ ਕਰਤਾ, ਜਿਵੇਂ ਕਹਿ ਲਓ ਤੁਸੀਂ। ਸੋ ਇਹ ਜਿਹੜਾ ਇਸ ਚੀਜ਼ਾਂ ਨੇ, ਜਿਵੇਂ ਰੈਂਟ ਹੈ, ਸਾਰੀਆਂ ਚੀਜ਼ਾਂ ਇਸ ਚੀਜ਼ ਦੇ ਵਿੱਚ ਪਾਰਟ ਪਲੇ ਕਰ ਰਹੀਆਂ ਨੇ। ਹੁਣ ਰੈਂਟ ਤੋਂ ਬਿਨਾਂ ਇੱਕ ਸਿੰਪਲ ਹੋਰ ਚੀਜ਼ ਦੱਸੋ, ਆਪਾਂ ਜੇ ਗੱਲ ਕਰੀਏ ਇੱਕ ਚੀਜ਼ ਨਹੀਂ ਪ੍ਰੋਬਲਮ ਐਡ ਕਰ ਰਹੀ, ਬਰੈਂਪਟਨ ਦਾ ਜਿਹੜਾ ਏਰੀਆ ਜਾਂ ਮਿਸੀਸਾਗਾ ਦਾ ਏਰੀਆ, ਉਹਦੀ ਬਾਉਂਡਰੀ ਤਾਂ ਉਨੀ ਹੋਈਆਂ ਨੇ ਜੀ, ਉਹਦੇ 'ਚ ਬਾਉਂਡਰੀ 'ਚ ਤਾਂ ਕੋਈ ਫਰਕ ਨਹੀਂ ਪਿਆ ਜੀ। ਬਾਉਂਡਰੀ ਦੇ ਵਿੱਚ ਬੰਦੇ ਜ਼ਿਆਦਾ ਆ ਗਏ ਜੀ, ਜਿਹੜੇ ਬੰਦੇ ਜ਼ਿਆਦਾ ਆ ਗਏ ਤਾਂ ਘਰਾਂ ਨੂੰ ਛੱਡ ਦਿਓ, ਘਰਾਂ ਦੀ ਆਪਾਂ ਗੱਲ ਇੱਕ ਸਾਈਡ ਤੇ ਕਰ ਦਈਏ ਜੀ। ਘਰਾਂ ਤੋਂ ਬਿਨਾਂ ਜਿਹੜੀਆਂ ਬਾਕੀ ਜ਼ਰੂਰਤਾਂ ਵਾਲੀਆਂ ਚੀਜ਼ਾਂ ਨੇ ਉਹ ਵੀ ਵਧੀਆ ਤਾਂ ਨਹੀਂ ਗਈਆਂ ਜੀ। ਇਹ ਤਾਂ ਨਹੀਂ ਹੋਏਗਾ ਜੀ ਕਿ ਸਵੇਰੇ ਉੱਥੇ 50 ਕਮਰਸ਼ੀਅਲ ਪਲਾਜ਼ੇ ਖੜੇ ਹੋ ਗਏ, ਰੈਸਟੋਰੈਂਟ ਖੁੱਲ ਗਏ, ਸਟੋਰ ਖੁੱਲ ਗਏ, ਇਹੋ ਜਿਹਾ ਵੀ ਕੁਝ ਨਹੀਂ ਹੋਇਆ ਜੀ। ਉੱਥੇ ਕੀ ਹੋਇਆ, ਉਸ ਸਰਕਲ ਦੇ ਵਿੱਚ ਜਦੋਂ ਬੰਦੇ ਵੱਧ ਗਏ ਜੀ, ਉਹ ਜਿਹੜੀਆਂ ਚੀਜ਼ਾਂ ਉੱਥੇ ਸੀਗੀਆਂ ਐਗਜ਼ਿਸਟ ਕਰਦੀਆਂ, ਉੱਥੇ ਹਰ ਚੀਜ਼ ਦੀ ਡਿਮਾਂਡ ਵਧੀ ਹੈ ਜੀ। ਉੱਥੇ ਕਾਫੀ ਦੀ ਡਿਮਾਂਡ ਵਧੀ, ਉੱਥੇ ਫੂਡ ਦੀ ਡਿਮਾਂਡ ਵਧੀ, ਉੱਥੇ ਕੱਪੜੇ ਦੀ ਡਿਮਾਂਡ ਵਧੀ, ਉੱਥੇ ਸ਼ੂ ਦੀ ਡਿਮਾਂਡ ਵਧੀ, ਉੱਥੇ ਰੈਂਟ ਦੀ ਡਿਮਾਂਡ ਵਧੀ, ਉੱਥੇ ਬੁੱਕਸ ਦੀ ਡਿਮਾਂਡ ਵਧੀ, ਉੱਥੇ ਹਰ ਚੀਜ਼ ਦੀ ਡਿਮਾਂਡ ਵਧੀ ਆ। ਉਹਦੇ ਨਾਲ ਕੀ ਹੋਇਆ, ਹੁਣ ਮੈਂ ਇੱਕ ਦੁਕਾਨਦਾਰ ਆ ਜੀ, ਮੇਰੀ ਦੁਕਾਨ ਦੇ ਉੱਤੇ ਜਿੰਨੀ ਮੇਰੀ ਕਪੈਸਿਟੀ ਹੈ, ਜਦੋਂ ਉਸ ਤੋਂ ਜ਼ਿਆਦਾ ਮੇਰੇ ਕੋਲ ਡਿਮਾਂਡ ਆਊਗੀ, ਮੈਂ ਕੀ ਕਰੂੰਗਾ ਤਰਨ ਜੀ? ਸਭ ਤੋਂ ਪਹਿਲਾ ਸਟੈਪ ਆ ਕਿ ਮੈਂ ਪ੍ਰਾਈਸ ਵਧਾਊਂਗਾ ਜੀ ਆਪਣਾ। ਠੀਕ ਹੈ ਜੀ, ਚਾਹੇ ਮੇਰਾ ਕਾਸਟ ਵਧੀ ਹੈ, ਚਾਹੇ ਮੇਰੀ ਕਾਸਟ ਨਹੀਂ ਵਧੀ, ਮੈਂ ਪ੍ਰਾਈਸ ਵਧਾਊਂਗਾ ਆਪਣਾ। ਔਰ ਜੇ ਦੇਖਿਆ ਜਾਵੇ ਇਹੀ ਬਿਜ਼ਨਸ ਆ, ਉਹ ਬੰਦਾ ਵਧਾਊਗਾ ਪ੍ਰਾਈਸ ਜੀ। ਉਹਦੇ ਨਾਲ ਕੀ ਹੋਇਆ, ਉਹ ਹਰ ਚੀਜ਼ ਡਿਮਾਂਡ ਦੇ ਮੁਤਾਬਕ ਵਧ ਗਈ, ਚਾਹੇ ਉਹਦੀ ਐਕਚੁਅਲ ਕਾਸਟ ਇੰਨੀ ਵਧੀ ਸੀ ਜਾਂ ਨਹੀਂ ਵਧੀ ਸੀ। ਉਹ ਹੁਣ ਜਦੋਂ ਸਾਰੀਆਂ ਚੀਜ਼ਾਂ ਦੀ ਕਾਸਟ ਵਧ ਗਈ, ਉਹ ਡੈਫੀਨੇਟਲੀ ਉਹ ਇਨਫਲੇਸ਼ਨ ਵਧਾ ਰਹੀਆਂ ਨੇ। ਉਹ ਚੀਜ਼ਾਂ ਨੇ, ਇਹ ਇਕੱਲਾ ਇੱਕ ਰੈਂਟ ਜਾਂ ਘਰਾਂ ਦਾ ਪ੍ਰਾਈਸ ਨਹੀਂ, ਹਰ ਚੀਜ਼ ਮਾਰਕੀਟ ਦੇ ਵਿੱਚ ਆ ਜਿਹੜੀ ਉਹ ਇਨਫਲੇਸ਼ਨ ਦੇ ਉੱਤੇ ਇਫੈਕਟ ਪਾ ਰਹੀ ਹੈ ਜੀ। ਬਿਲਕੁਲ। ਮਿਸਟਰ ਢਿੱਲੋਂ, ਤੁਸੀਂ ਕੁਝ ਕਹਿਣਾ ਚਾਹੋਗੇ, ਇਹ 'ਚ ਕੁਝ ਐਡ ਆਨ ਕਰਨਾ ਚਾਹੋਗੇ? ਨਹੀਂ ਜੀ, ਇਹ ਤਾਂ ਮਤਲਬ ਸਿੰਪਲ, ਜਿਵੇਂ ਪ੍ਰਵੀਨ ਜੀ ਨੇ ਦੱਸਿਆ ਕਿ ਡਿਮਾਂਡ ਐਂਡ ਸਪਲਾਈ ਦਾ ਹੀ ਰੂਲ ਹੈਗਾ, ਇਕਨੋਮਿਕ ਦਾ ਬੇਸਿਕ ਰੂਲ ਹੈ ਇਹ, ਕਿ ਜਦੋਂ ਡਿਮਾਂਡ ਵਧੇਗੀ, ਪ੍ਰਾਈਸਿਸ ਜਿਹੜੀਆਂ ਨੇ ਉਹ ਉੱਪਰ ਜਾਣਗੀਆਂ, ਚਾਹੇ ਉਹ ਰੀਅਲ ਸਟੇਟ ਹੋਵੇ, ਚਾਹੇ ਉਹ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਜ਼ਰੂਰਤਾਂ ਹੋਣ। ਜੀ, ਮੈਂ ਇਨਵੈਸਟਮੈਂਟ ਦੀ ਗੱਲ ਕਰ ਰਹੀ ਸੀ ਕਿ ਇਸ ਵਕਤ ਤੁਹਾਡੇ ਕੋਲ ਵੀ ਕੁਝ ਆਪਸ਼ਨਸ ਹੈਗੀਆਂ, ਜੇਕਰ ਕੋਈ ਫਸਟ ਟਾਈਮ ਹੋਮ ਬਾਇਰ ਜਾਂ ਤੁਸੀਂ ਕੋਈ ਇਨਵੈਸਟਮੈਂਟ ਦੇ ਤੌਰ ਤੇ ਸੋਚਣਾ ਚਾਹ ਰਹੇ ਹੋ ਤਾਂ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਸਾਨੂੰ ਦਿਓ। ਇਨਵੈਸਟਮੈਂਟ ਵਾਸਤੇ ਮੈਂ ਤਰਨ ਜੀ ਇੱਕ ਚੀਜ਼ ਦੱਸਣੀ ਚਾਹਾਂਗਾ ਕਿ ਜਿੱਦਾਂ ਹੁਣ ਮੈਂ ਗੱਲ ਕੀਤੀ ਕਿ ਵੀ ਇਨਵੈਸਟਮੈਂਟ ਦੇ ਬਾਰੇ ਅੱਜ ਦੀ ਮਾਰਕੀਟ ਦੇ ਵਿੱਚ ਵੀ ਕਾਫੀ ਇਹੋ ਜਿਹੀਆਂ ਵਧੀਆ ਚੀਜ਼ਾਂ ਹੈਗੀਆਂ ਨੇ ਕਿ ਜਿੱਥੇ ਉਹ ਇਨਵੈਸਟਮੈਂਟ ਵਾਸਤੇ ਲੋਕੀ ਫਾਇਦਾ ਲੈ ਸਕਦੇ ਨੇ। ਯੈਸ, ਆਪਾਂ ਅੱਗੇ ਵੀ ਬੜੀ ਵਾਰ ਗੱਲ ਕਰਦੇ ਹਾਂ, ਫਾਇਦਾ ਉਹੀ ਲੈ ਸਕਦੇ ਨੇ ਜਿਹੜੇ ਕਿ ਉਸ ਕਪੈਸਿਟੀ 'ਚ ਹੈਗੇ ਨੇ, ਜਿਹੜੇ ਕਿ ਅਫੋਰਡ ਕਰ ਸਕਦੇ ਨੇ। ਜਿਹੜੇ ਨਹੀਂ ਅਫੋਰਡ ਕਰ ਸਕਦੇ, ਅਸੀਂ ਇਹ ਵੀ ਨਹੀਂ ਕਹਾਂਗੇ ਵੀ ਹਾਂਜੀ ਉਹਨਾਂ ਨੂੰ ਆਪਣੀ ਮਤਲਬ ਜ਼ਰੂਰਤ ਜਿੰਨੀ ਉਹਨਾਂ ਦੀ ਮਤਲਬ ਕੈਪੇਬਿਲਿਟੀ ਆ ਉਦੋਂ ਵੱਧ ਕੇ ਕੋਈ ਚੀਜ਼ ਕਰਨੀ ਚਾਹੀਦੀ ਆ। ਮੈਂ ਚਲੋ ਇੱਕ ਬਿਲਡਰ ਦਾ ਜੀ, ਉਹਨਾਂ ਦਾ ਨਾਮ ਨਹੀਂ ਲੈਂਦਾਗਾ, ਮਤਲਬ ਅਸੀਂ ਉਹਨਾਂ ਦਾ ਪ੍ਰੋਡਕਟ ਵੀ ਸੈਲ ਕਰ ਰਹੇ ਹਾਂ। ਅੱਜ ਮੈਂ ਉਹਨਾਂ ਦੀਆਂ 2 ਡਿਫਰੈਂਟ ਸਾਈਟਸ ਦੇਖੀਆਂ ਜੀ, 2 ਡਿਫਰੈਂਟ ਸਾਈਟਸ ਦੇਖੀਆਂ। ਦੋਨਾਂ ਸਾਈਟਸ ਨੇ ਜੀ ਜਿਹੜੀਆਂ, ਉਹਨਾਂ ਦੇ ਉੱਤੇ ਇੱਕੋ ਜਿਹੇ ਪ੍ਰੋਡਕਟ ਦੇ ਵਿੱਚ ਪ੍ਰਾਈਸ ਦੇ ਵਿੱਚ ਕਾਫੀ ਜ਼ਿਆਦਾ ਫਰਕ ਆ ਜੀ, ਕਾਫੀ ਜ਼ਿਆਦਾ ਫਰਕ ਆ। ਔਰ ਉਹ ਫਰਕ ਕਿਉਂ ਆ? ਇੱਕ ਸਾਈਟ ਆ ਜਿਹੜੀ ਉਹ ਕੰਪਲੀਟ ਹੋਣ ਵਾਲੀ ਹੈ ਜੀ, ਮਤਲਬ ਉੱਥੇ ਥੋੜੇ ਜਿਹੇ ਲੋਟ ਬਚੇ ਨੇ, ਉਹ ਸੈਲ ਕਰ ਰਹੇ ਨੇ। ਔਰ ਦੂਜੀ ਸਾਈਟ ਆ ਜਿਹੜੀ ਨਵੀਂ ਸ਼ੁਰੂਆਤ ਹੋ ਰਹੀ ਹੈ ਜੀ। ਹੁਣ ਇਹੀ ਇੱਕ ਜਿਵੇਂ ਕਹ ਲਓ ਮਾਰਕੀਟ ਦੇ ਵਿੱਚ ਜਿਹੜੀ ਉਹ ਦੂਜੀ ਸਾਈਟ ਆ, ਚਲੋ ਉਹਦੇ ਤਾਂ ਪ੍ਰਾਈਸਿਸ ਮੈਨੂੰ ਲੱਗ ਰਿਹਾ ਕਿ ਹਜੇ ਵੀ ਜ਼ਿਆਦਾ ਨੇ, ਜੋ ਮੇਰੀ ਆਪ ਦੀ ਜੱਜਮੈਂਟ ਆ ਜੀ ਮਾਰਕੀਟ ਦੇ ਹਿਸਾਬ ਨਾਲ। ਪਰ ਜਿਹੜੀ ਇਹ ਦੂਜੀ ਸਾਈਟ ਆ ਜਿਹਦੇ ਤੇ ਸਿਰਫ ਥੋੜੇ ਜਿਹੇ ਉਹਨਾਂ ਕੋਲ ਲੋਟ ਬਚੇ ਆ, ਉਹਦੇ ਪ੍ਰਾਈਸ ਮੈਨੂੰ ਇਹ ਲੱਗ ਰਿਹਾ ਕਿ ਮਾਰਕੀਟ ਨਾਲੋਂ ਥੱਲੇ ਨੇ ਜੀ। ਮਤਲਬ ਜੇ ਅੱਜ ਦੀ ਮਾਰਕੀਟ ਦੇ ਵਿੱਚ ਇਨਵੈਸਟਰਸ ਚਾਹਣ ਤਾਂ ਇਹੋ ਜਿਹੀਆਂ ਕਈ ਆਪਸ਼ਨਾਂ ਨੇ ਜਿਹੜੀਆਂ ਉਹ ਵਧੀਆ ਪਿਕ ਕਰ ਸਕਦੇ ਨੇ। ਸੇਮ ਬਿਲਡਰ ਹੈ ਜੀ, ਸੇਮ ਕੰਟਰੈਕਟਰ ਉਹਦੇ ਕੰਮ ਕਰ ਰਹੇ ਨੇ ਜੀ, ਕੋਈ ਇਹੋ ਜਿਹੀ ਗੱਲ ਨਹੀਂ, ਡਿਫਰੈਂਟ ਕੋਈ ਕੰਪਨੀ ਨਹੀਂ ਹੈ ਜੀ, ਸੇਮ ਕੰਪਨੀ ਆ, ਰਾਈਟ। ਔਰ ਲੈਂਡ ਆ ਜਿਹੜੀ, ਦੋਨੇ ਲੈਂਡ ਮਤਲਬ ਜਿਹੜੀ ਲੈਂਡ ਤੇ ਪ੍ਰਾਈਸ ਘੱਟ ਆ ਜੀ, ਉਹ ਲੈਂਡ ਦੀ ਲੋਕੇਸ਼ਨ ਤੇ ਉਹ ਲੈਂਡ ਵੀ ਉਹਦੇ ਨਾਲੋਂ ਬੈਟਰ ਆ ਜੀ ਜਿੱਥੇ ਪ੍ਰਾਈਸ ਜ਼ਿਆਦਾ ਨੇ। ਅੱਛਾ, ਹਾਂਜੀ। ਪਰ ਉਹ ਹੈ ਕੀ ਆ, ਮਾਰਕੀਟ ਦੇ ਵਿੱਚ ਓਪਰਚੁਨਿਟੀਜ਼ ਹੈਗੀਆਂ ਨੇ, ਪਰ ਉਹ ਜਿਵੇਂ ਕਹਿ ਲਓ ਕਿ ਅੱਜ ਦੀ ਡੇਟ ਥੋੜਾ ਜਿਹਾ ਇਹ ਔਖਾ ਪਾਰਟ ਜ਼ਰੂਰ ਆ ਕਿ ਉਹ ਬਹੁਤੇ ਬੰਦੇ ਨਹੀਂ ਹੈ ਜਿਹੜੇ ਉਹਦਾ ਫਾਇਦਾ ਲੈ ਪਾ ਰਹੇ ਨੇ। ਉਹ ਥੋੜੀ ਪਰਸੈਂਟੇਜ ਆ ਜਿਨ੍ਹਾਂ ਦੇ ਕੋਲ ਹਜੇ ਵੀ ਫਾਈਨੈਂਸ਼ੀਅਲੀ ਉਹ ਕੰਫਰਟੇਬਲ ਨੇ ਜਾਂ ਜਿਹੜੇ ਕਿ ਉਸ ਚੀਜ਼ ਦਾ ਫਾਇਦਾ ਲੈ ਸਕਦੇ ਨੇ। ਥੋੜੀ ਜੀ ਲਿਸਟਿੰਗਸ ਦੇ ਉੱਤੇ ਆ ਜੀ, ਆਪਾਂ ਲਿਸਟਿੰਗ ਸਾਈਜ਼ ਦੀਆਂ ਸਾਡੇ ਕੋਲ ਕਿਹੜੀਆਂ ਹੈਗੀਆਂ ਜਿਹੜੀਆਂ ਦਰਸ਼ਕਾਂ ਦੇ ਨਾਲ ਅਸੀਂ ਸਾਂਝੀਆਂ ਕਰ ਸਕਦੇ ਹਾਂ? ਜੀ ਬਿਲਕੁਲ, ਜਿਹੜੀ ਪਹਿਲੀ ਲਿਸਟਿੰਗ ਆ
14 ਹਟਨਵੈਲ। ਇਹ ਮਿਸਿਸਾਗਾ ਰੋਡ ਔਰ ਕੁਈਨ ਸਟਰੀਟ ਦੇ ਏਰੀਆ ਦੇ ਵਿੱਚ ਬਰੈਂਪਟਨ ਦੇ ਵਿੱਚ ਇੱਕ ਐਕਸਕਲੂਸਿਵ ਜੀ ਸਬ ਡਿਵੀਜ਼ਨ ਹੈ ਜਿੱਥੇ ਕਿ 1 ਏਕੜ 2 ਏਕੜ 3 ਏਕੜ ਦੇ ਸਟੇਟ ਲੋਟਸ ਨੇ। ਇੱਥੇ ਇਹ 14 ਹਟਨਵੈਲ ਜਿਹੜੀ ਆ ਇਹ ਘਰ ਵੀ ਕਾਫੀ ਰੈਨੋਵੇਟਡ ਹੈ, 3 ਕਾਰ ਗਰਾਜ ਘਰ ਹੈਗਾ, 1 ਏਕੜ ਦਾ ਲੋਟ ਹੈ। ਜੇ ਕੋਈ ਭੈਣ ਭਰਾ ਵੱਡਾ ਲੋਟ ਦੇਖ ਰਹੇ ਨੇ ਉਹ ਸ਼ਹਿਰ ਦੇ ਵਿੱਚ ਬਾਹਰ ਤਾਂ ਕਾਫੀ ਵੱਡੇ ਮਿਲ ਜਾਂਦੇ ਨੇ, ਲੇਕਿਨ ਸਿਟੀ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਦੇ ਨੇੜੇ ਜਿਹੜਾ 1 ਏਕੜ ਦਾ ਲੋਟ ਹੈ ਉਹ ਕਾਫੀ ਘੱਟ ਨੇ। ਇਹ ਲੋਟ ਸਾਡੇ ਕੋਲ ਆਇਆ ਆ, ਇਹਦੇ ਬਾਰੇ ਸਾਡੇ ਕੋਲੋਂ ਜਾਣਕਾਰੀ ਲਈ ਜਾ ਸਕਦੀ ਹੈ, ਆਫਿਸ ਦੇ ਵਿੱਚ ਕਾਲ ਕਰਕੇ ਵੀ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਤੋਂ ਬਾਅਦ ਇਹਦੇ ਬਿਲਕੁਲ ਨਾਲ ਹੀ ਮਿਸਿਸਾਗਾ ਰੋਡ ਦੇ ਦੂਸਰੇ ਪਾਸੇ ਇੱਕ ਹੋਰ ਐਕਸਕਲੂਸਿਵ ਸਬ ਡਿਵੀਜ਼ਨ ਹੈ ਜਿੱਥੇ ਸਿਰਫ 80 ਘਰ ਬਣੇ ਹੋਏ ਨੇ। ਇਸ ਸਬ ਡਿਵੀਜ਼ਨ ਦੇ ਵਿੱਚ ਵੀ ਸਾਰੇ ਹੀ ਸਿੰਗਲ ਡਿਟੈਚ ਘਰ ਨੇ, ਸਾਰੇ ਹੀ ਘਰ 3 ਕਾਰ ਗਰਾਜ L ਸ਼ੇਪ ਦੇ ਵਿੱਚ ਬਣੇ ਹੋਏ ਨੇ। ਇਹ ਵੀ ਪ੍ਰਾਪਰਟੀ ਜਿਹੜੀ ਹੈ ਕਾਫੀ ਅਪਗ੍ਰੇਡਸ ਇਹਦੇ ਵਿੱਚ ਕੀਤੇ ਗਏ ਨੇ। ਜਿਵੇਂ ਮੈਂ ਦੱਸਿਆ ਕਿ 3 ਕਾਰ ਗਰਾਜ ਤਾਂ ਹੈਗਾ ਹੀ ਹੈਗਾ, ਡਰਾਈਵੇ ਦੇ ਵਿੱਚ 8 ਤੋਂ 10 ਕਾਰਾਂ ਦੀ ਪਾਰਕਿੰਗ ਹੋ ਸਕਦੀ ਹੈ। ਬੈਕਯਾਰਡ ਦੇ ਵਿੱਚ ਸਵਿਮਿੰਗ ਪੂਲ ਹੈ, ਨਾਲ ਪੂਲ ਹਾਊਸ ਦੇ ਵਿੱਚ ਫੁੱਲ ਵਾਸ਼ਰੂਮ ਬਣਿਆ ਹੋਇਆ, ਨਾਲ ਹੀ ਹੌਟ ਟੱਬ ਹੈ। ਬੇਸਮੈਂਟ ਦੇ ਵਿੱਚ ਜਿਹੜੀ ਜੀ ਬਿਲਕੁਲ ਬੇਸਮੈਂਟ ਦੇ ਵਿੱਚ ਜਿਹੜੀ ਇਹਦੇ ਸੋਨਾ ਹੈ, ਹੌਟ ਟੱਬ ਹੈ। ਸੋ ਇੱਕ ਹੌਟ ਟੱਬ ਬਾਹਰ ਲੱਗਿਆ ਹੋਇਆ, ਇੱਕ ਬੇਸਮੈਂਟ ਦੇ ਵਿੱਚ ਲੱਗਿਆ ਹੋਇਆ। ਸੋ ਈਅਰ ਅਰਾਊਂਡ ਤੁਸੀਂ ਜਿਹੜਾ ਹੌਟ ਟੱਬ ਦਾ ਆਨੰਦ ਮਾਣ ਸਕਦੇ ਹੋ। ਬੇਸਮੈਂਟ ਦੇ ਵਿੱਚ ਜਿਮ ਬਣਿਆ ਹੋਇਆ ਔਰ ਇੱਕ ਬੈਡਰੂਮ ਔਰ ਫੁੱਲ ਵਾਸ਼ਰੂਮ ਬਣਿਆ ਹੋਇਆ। 4 ਬੈਡਰੂਮ ਇਹਦੇ ਉੱਪਰ ਨੇ ਔਰ ਹਰ ਇੱਕ ਬੈਡਰੂਮ ਦੇ ਨਾਲ ਅਟੈਚਡ ਬਾਥਰੂਮ ਹੈ। ਇਸ ਘਰ ਦੀ ਜਿਹੜਾ ਫੈਮਿਲੀ ਰੂਮ ਹੈ ਉਹ ਓਪਨ ਟੂ ਅਬਵ ਹੈ। ਮਤਲਬ ਕਹਿੰਦਾ ਹੈ ਕਿ ਇਹ ਘਰ ਸਾਰੀਆਂ ਸੁੱਖ ਸਹੂਲਤਾਂ ਦੇ ਨਾਲ ਲੈਸ ਹੈ। ਔਰ ਜੇ ਇਹਦੀ ਆਪਾਂ ਕੀਮਤ ਦੀ ਗੱਲ ਕਰੀਏ ਤੇ ਪਿਛਲੇ ਸਾਲ ਇਹੀ ਘਰ ਜਿਹੜੇ ਨੇ 3 ਮਿਲੀਅਨ ਜਾਂ ਉਸ ਤੋਂ ਉੱਪਰ ਵਿਕੇ ਨੇ। ਇਸ ਵਾਰ ਇਹਦੀ ਪ੍ਰਾਈਸ ਜਿਹੜੀ ਆ ਉਹ 2.4 ਬਿਲੀਅਨ, ਭਾਵ 6-7 ਲੱਖ ਡਾਲਰ ਜਿਹੜੀ ਆ ਪ੍ਰਾਈਸ ਇਹਦੀ ਘਟਾਈ ਗਈ ਹੈ। ਜਿਹੜੇ ਸੈਲਰ ਨੇ ਕਾਫੀ ਮੋਟੀਵੇਟਡ ਨੇ ਇਹਦੇ ਤੇ। ਜੇ ਕੋਈ ਸਾਡੇ ਭੈਣ ਭਰਾ ਅਪਗ੍ਰੇਡ ਕਰਨ ਦੀ ਸੋਚ ਰਹੇ ਸੀਗੇ, ਵੱਡਾ ਲੋਟ, ਵੱਡੀ ਜਿਹੜੀ ਪਾਰਕਿੰਗ ਦੀ ਰਿਕੁਆਇਰਮੈਂਟ ਆ ਉਹਨਾਂ ਦੀ ਜੇ ਚਾਹੀਦਾ ਸੀ ਤੇ ਇਹ ਪ੍ਰਾਪਰਟੀ ਉਹਨਾਂ ਵਾਸਤੇ ਬਹੁਤ ਵਧੀਆ ਹੋ ਸਕਦੀ ਹੈ। ਜਿਵੇਂ ਮੈਂ ਦੱਸਿਆ ਕਿ ਸੈਲਰ ਜਿਹੜੇ ਨੇ ਕਾਫੀ ਮੋਟੀਵੇਟਡ ਨੇ, ਇਹਦੇ ਚ ਪ੍ਰਾਈਸ ਹੋਰ ਵੀ ਨੈਗੋਸ਼ੀਏਟ ਕੀਤੀ ਜਾ ਸਕਦੀ ਹੈ। ਇਹਦੇ ਨਾਲ ਹੀ ਸਾਡੇ ਕੋਲ ਇੱਕ ਜਿਹੜੀ ਅਗਲੀ ਲਿਸਟਿੰਗ ਹੈ ਉਹ ਹੈਗੀ ਹੈ ਜੀ 56 ਹੈਂਡਰਿਕਸ। ਇਹ ਪ੍ਰਾਪਰਟੀ ਜਿਹੜੀ ਹੈ ਮੇਵਿਸ ਔਰ ਸਟੀਲਸ ਦੇ ਏਰੀਆ ਦੇ ਵਿੱਚ, ਹਾਲਾਂਕਿ ਇਹ ਪੁਰਾਣੀ ਸਬ ਡਿਵੀਜ਼ਨ ਹੈ, ਇੱਥੇ ਕੁਝ ਘਰ ਜਿਹੜੇ ਨੇ ਉਹ ਨਵੇਂ ਬਣੇ ਹੋਏ ਨੇ। ਅੰਡਰ 5 ਇਅਰਸ 올ਡ ਇਹ ਪ੍ਰਾਪਰਟੀ ਹੈਗੀ ਹੈ। ਲੀਗਲ 3 ਬੈਡਰੂਮ ਦੀ ਬੇਸਮੈਂਟ ਇਸ ਪ੍ਰਾਪਰਟੀ ਦੀ ਬਣੀ ਹੋਈ ਹੈ। ਉੱਪਰ ਕਾਫੀ ਖੁੱਲਾ ਡੁੱਲਾ 4 ਬੈਡਰੂਮ ਜਿਹੜੇ ਨੇ, ਹਰ ਇੱਕ ਬੈਡਰੂਮ ਦੇ ਨਾਲ ਵਾਸ਼ਰੂਮ ਹੈ। ਔਰ ਬੇਸਮੈਂਟ ਦੇ ਵਿੱਚੋਂ, ਕਿਉਂਕਿ ਲੀਗਲ ਬੇਸਮੈਂਟ ਹੈਗੀ ਹੈ, $3700 ਰੈਂਟ ਆ ਰਿਹਾ। ਸੋ ਇੱਕ ਵੱਡਾ ਭਾਰ ਜਿਹੜਾ ਹੈ ਮੌਰਗੇਜ ਦਾ ਉਹ ਬੇਸਮੈਂਟ ਦੇ ਵਿੱਚੋਂ ਕਵਰ ਹੋ ਰਿਹਾ ਆ। ਕਿਸੇ ਵੀ ਭੈਣ ਭਰਾ ਨੇ ਜਿਹੜੀ ਵੱਡੀ ਪ੍ਰਾਪਰਟੀ ਤਾਂ ਦੇਖ ਹੀ ਰਹੇ ਸੀ, ਨਾਲ ਉਹਨਾਂ ਨੂੰ ਇਹ ਰਿਕੁਆਇਰਮੈਂਟ ਹੈ ਕਿ ਬੇਸਮੈਂਟ ਵੀ ਬਣੀ ਹੋਣੀ ਚਾਹੀਦੀ ਹੈ ਤੇ ਉਹ ਵੀ ਲੀਗਲ, ਉਹਨਾਂ ਵਾਸਤੇ ਪ੍ਰਾਪਰਟੀ ਬਹੁਤ ਵਧੀਆ ਹੈ। ਇਹਨਾਂ ਸਾਰੀਆਂ ਪ੍ਰਾਪਰਟੀਆਂ ਚੋਂ ਕੁਝ ਤੇ ਇਸ ਵੀਕਐਂਡ ਤੇ ਸਾਡੇ ਓਪਨ ਹਾਊਸ ਵੀ ਲੱਗਣਗੇ। ਤੁਸੀਂ ਸਾਡੇ ਆਫਿਸ ਦੇ ਵਿੱਚ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਜਾਣਕਾਰੀ ਵਾਸਤੇ ਨੰਬਰ 4169108923। ਇਹ ਤੇ ਲਿਸਟਿੰਗ ਸੀਗੀਆਂ ਕੁਝ ਘਰਾਂ ਦੀਆਂ। ਸਾਡੇ ਕੋਲ ਇੱਕ ਗੈਸ ਸਟੇਸ਼ਨ, ਜਿਹੜੇ ਭੈਣ ਭਰਾ ਇੰਟਰਸਟਿਡ ਨੇ ਕਿ ਕੋਈ ਬਿਜ਼ਨਸ ਬਾਏ ਕਰਨ, ਗੈਸ ਸਟੇਸ਼ਨ ਵੀ ਪ੍ਰਾਪਰਟੀ ਦੇ ਨਾਲ। ਇਹ ਲੋਕੇਸ਼ਨ ਕਿਰਕਲੈਂਡ ਲੇਕ
ਇੱਥੋਂ ਤਕਰੀਬਨ 5.5 ਘੰਟੇ ਦੀ ਡਰਾਈਵ ਹੈ ਟੋਰਾਂਟੋ ਤੋਂ। ਥੋੜਾ ਜਿਹਾ ਰਿਮੋਟ ਏਰੀਆ ਹੈ ਲੇਕਿਨ ਬਹੁਤ ਵਧੀਆ ਓਪਰਚੁਨਿਟੀ ਹੈ। ਇੱਥੇ 3 ਲੋਟ ਨੇ ਗੈਸ ਸਟੇਸ਼ਨ ਦੇ ਨਾਲ ਕਾਰ ਵਾਸ਼ ਉਹ ਤਾਂ ਰਨ ਕਰ ਹੀ ਰਿਹਾ ਆ। ਜਿਹੜੇ ਬਾਕੀ ਲੋਟ ਨੇ ਉੱਥੇ ਕੋਈ ਵੀ ਡਰਾਈਵ ਥਰੂ ਰੈਸਟੋਰੈਂਟ ਵਗੈਰਾ ਉਹ ਆ ਸਕਦਾ ਹੈ। ਕਾਫੀ ਜਿਹੜੇ ਇੰਟਰਸਟਿਡ ਫਰੈਂਚਾਈਜ਼ ਬਿਜ਼ਨਸ ਨੇ ਜਿਵੇਂ ਪੀਜ਼ਾ ਤੇ ਹੋਰ ਇਦਾਂ ਦੀਆਂ ਜਿਹੜੀਆਂ ਮੇਨ ਫਰੈਂਚਾਈਜ਼ ਨੇ ਉਹ ਉੱਥੇ ਆਉਣ ਲਈ ਤਿਆਰ ਨੇ। ਔਰ ਬਹੁਤ ਵਧੀਆ ਇਹ ਪ੍ਰੋਪੋਜੀਸ਼ਨ ਹੋ ਸਕਦੀ ਹੈ ਸਾਡੇ ਭੈਣ ਭਰਾ ਜਿਹੜੇ ਕੋਈ ਬਿਜ਼ਨਸ ਦੇਖ ਰਹੇ ਨੇ। ਔਰ ਜਿਹੜੀ ਇਹਦੀ ਪ੍ਰਾਈਸ ਅੰਡਰ $3 ਮਿਲੀਅਨ ਹੈਗੀ ਹੈ। ਕਾਫੀ ਪ੍ਰੋਫਿਟੇਬਲ ਗੈਸ ਸਟੇਸ਼ਨ ਔਰ ਕਨਵੀਨੀਅੰਸ ਸਟੋਰ ਤੋਂ ਬਹੁਤ ਵਧੀਆ ਇਨਕਮ ਆ ਰਹੀ ਹੈ। ਕਾਰ ਵਾਸ਼ ਤੋਂ ਵੀ ਬਹੁਤ ਵਧੀਆ ਇਨਕਮ ਆ ਰਹੀ ਹੈ। ਸੋ ਇਹਦੀ ਵੀ ਵਧੇਰੇ ਜਾਣਕਾਰੀ ਸਾਨੂੰ ਆਫਿਸ ਦੇ ਵਿੱਚ ਕਾਲ ਕਰਕੇ 4169108923 ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ ਜੀ। ਤੇ ਸਮਾਂ ਹੁਣ ਸਾਡਾ ਇਜਾਜ਼ਤ ਲੈਣ ਵੱਲ ਨੂੰ ਅੱਗੇ ਵਧ ਰਿਹਾ। ਸਰ ਅਖੀਰ 'ਚ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਤਰਨ ਜੀ, ਮੈਂ ਇਹੀ ਗੱਲ ਕਹਿਣੀ ਚਾਹਾਂਗਾ ਕਿ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜੇ ਤੁਹਾਡੀ ਕੈਪੇਬਿਲਿਟੀ ਹੈਗੀ ਹੈ ਤਾਂ ਅੱਜ ਵੀ ਕਾਫੀ ਵਧੀਆ ਆਪਸ਼ਨਸ ਅਵੇਲੇਬਲ ਨੇ। ਔਰ ਇੱਕ ਚੀਜ਼ ਇਹ ਵੀ ਆ, ਮਤਲਬ ਥੋੜਾ ਜਿਹਾ ਇਹ ਚੀਜ਼ ਕਈ ਵਾਰ ਥੋੜਾ ਜਿਹਾ ਸਰਪ੍ਰਾਈਜ਼ਿੰਗ ਵੀ ਹੋ ਜਾਂਦੀ ਹੈ ਮੇਰੇ ਲਈ। ਜਿਵੇਂ ਇੱਕ ਬਿਲਡਰ ਦਾ ਲਾਂਚ ਆ ਰਿਹਾ, ਅੱਜ ਹੀ ਉਹਨਾਂ ਦਾ ਇਨਫੋਰਮੇਸ਼ਨ ਆਣੀ ਹੈ ਜੀ। ਕਾਫੀ ਹਾਈਪ ਆ ਉਹਦੀ। ਮਤਲਬ ਮੈਂ ਹੁਣੇ ਦੇਖ ਰਿਹਾ ਸੀਗਾ, ਮਤਲਬ ਸਾਨੂੰ ਮਤਲਬ ਡਰਾਫਟ ਤੇ ਆਈਡੀਜ਼ ਲੋਕੀ ਮਤਲਬ ਭੇਜ ਰਹੇ ਨੇ ਕਿ ਵੀ ਸਾਨੂੰ ਯੂਨਿਟ ਲੈ ਕੇ ਦਿਓ ਤੁਸੀਂ। ਮਤਲਬ ਐਸੀ ਗੱਲ ਨਹੀਂ ਕਿ ਮਾਰਕੀਟ ਦੇ ਵਿੱਚ ਡਿਮਾਂਡ ਕਾਫੀ ਜ਼ਿਆਦਾ ਜੀ, ਜੋ ਮੇਰਾ ਦੇਖਣ ਦਾ ਮਤਲਬ ਜੋ ਮੇਰਾ ਕਹਿਣ ਦਾ ਮਤਲਬ ਆ ਜੀ ਕਿ ਚਾਹੇ ਉਹ ਹੁਣ ਕਈ ਵਾਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਜਿਹੜੀ ਆਪਸ਼ਨ ਹੈ ਵਧੀਆ ਵੀ ਸ਼ਾਇਦ ਇਸੇ ਲੋਕੇਸ਼ਨ ਤੇ ਅਸੀਂ ਲੈਣੀ ਆ, ਪਰ ਇਹ ਜਿਹੜੀ ਮਾਰਕੀਟ ਦੀ ਡਿਮਾਂਡ ਆ ਇਹਨੂੰ ਮਤਲਬ ਜਿਵੇਂ ਕਹ ਲਓ ਕਿ ਫੋਰਸਫੁਲੀ ਇੱਕ ਤਰ੍ਹਾਂ ਫੋਰਸ ਕੀਤਾ ਗਿਆ, ਰੋਕਿਆ ਗਿਆ। ਬਾਕੀ ਜਿਹੜਾ ਆਪਣਾ ਡਿਸਕਸ਼ਨ ਸੀ ਉਹਦੇ 'ਚ ਮੈਂ ਇਹੀ ਕਹੂੰਗਾ ਕਿ ਵੀ ਜੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਉਸ ਮਤਲਬ ਸੁਣਦੇ ਨੇ ਸਾਡੇ ਪ੍ਰੋਗਰਾਮ ਜਾਂ ਦੇਖਦੇ ਨੇ, ਅਸੀਂ ਹਮੇਸ਼ਾ ਬਾਰ-ਬਾਰ ਇਹੀ ਗੱਲ ਕਹਿੰਦੇ ਹਾਂ ਕਿ ਸਰਕਾਰ ਨੂੰ ਕੁਝ ਥੋੜ੍ਹੀਆਂ ਇਹੋ ਜਿਹੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਜਿਹੜੀ ਪ੍ਰੋਬਲਮ ਆ ਉਹਦਾ ਕੋਈ ਪਰਮਾਨੈਂਟ ਸੋਲੂਸ਼ਨ ਹੋ ਸਕੇ। ਉਹਦਾ ਜਿਹੜਾ ਪਰਮਾਨੈਂਟ ਹਾਊਸਿੰਗ ਪ੍ਰੋਬਲਮ ਦਾ ਸੋਲੂਸ਼ਨ ਆ ਉਹ ਮਾਰਕੀਟ ਦੇ ਵਿੱਚ ਇਨਵੈਂਟਰੀ ਨੂੰ ਵਧਾਉਣਾ, ਇਹੀ ਇੱਕ ਇਹਦਾ ਪਰਮਾਨੈਂਟ ਸੋਲੂਸ਼ਨ ਹੈ ਸਰ। ਹਾਲਾਂਕਿ ਮਾਰਕੀਟ ਇੰਨੀ ਟਫ ਹੈ, ਅਸੀਂ ਅੱਜ ਸਵੇਰੇ ਹੀ ਸੇਲਸ ਨੰਬਰ ਕਿਉਂਕਿ ਹਰ ਰੋਜ਼ ਅਸੀਂ ਦੇਖਦੇ ਹਾਂ, ਇੱਕ ਪਿਛਲੇ ਹਫਤੇ ਦੇ ਵਿੱਚ ਜੇ ਆਪਾਂ GTA ਦੀ ਗੱਲ ਕਰੀਏ ਤੇ 500 ਟ੍ਰਾਂਜੈਕਸ਼ਨਸ ਹੋਈਆਂ ਜੀ। ਮਤਲਬ 500 ਘਰ ਵਿਕੇ ਆ ਤੇ ਖਰੀਦੇ ਗਏ ਆ। ਮਤਲਬ ਉਹ 1000 ਟ੍ਰਾਂਜੈਕਸ਼ਨਸ ਹੋਈਆਂ। ਸੋ ਇਹ ਨਹੀਂਗਾ ਹੈਗਾ ਕਿ ਮਾਰਕੀਟ ਬਿਲਕੁਲ ਠੱਪ ਹੋਈ ਹੈ, ਕੋਈ ਪਰਚੇਜ਼ ਸੇਲ ਨਹੀਂ ਹੋ ਰਹੀ। ਗੱਲ ਇਹ ਹੈ ਕਿ ਤੁਸੀਂ ਅਫੋਰਡ ਕਰਦੇ ਹੋ, ਤੁਹਾਡੀ ਜ਼ਰੂਰਤ ਕੀ ਹੈ, ਤੁਹਾਨੂੰ ਵੇਚਣਾ ਜ਼ਰੂਰੀ ਹੈ, ਤੁਹਾਨੂੰ ਖਰੀਦਣਾ ਜ਼ਰੂਰੀ ਹੈ। ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਡੈਫੀਨਿਟਲੀ ਜਿਹੜੀ ਹੈ ਤੁਸੀਂ ਆਪਣਾ ਬਾਇੰਗ ਸੈਲਿੰਗ ਦਾ ਡਿਸੀਜਨ ਲਵੋ। ਜਿਵੇਂ ਪ੍ਰਵੀਨ ਜੀ ਨੇ ਕਈ ਵਾਰੀ ਪਹਿਲਾਂ ਵੀ ਇਹ ਜ਼ਿਕਰ ਕੀਤਾ ਕਿ ਜੇ ਤੁਹਾਡੇ ਕੋਲ, ਜੇ ਤੁਸੀਂ ਇਨਵੈਸਟਰ ਹੋ, ਤੁਹਾਡੇ ਕੋਲ ਆਪਣੀ ਕੈਸ਼ ਮਨੀ ਡਾਊਨ ਪੇਮੈਂਟ ਲਈ ਹੈਗੀ ਹੈ ਔਰ ਥੋੜੀ ਬਹੁਤ ਤੁਹਾਡੇ ਕੋਲ ਕੁਸ਼ਨ ਹੈਗਾ ਕਿ ਜੇ ਕੋਈ 19-21 ਪ੍ਰਾਪਰਟੀ ਦੇ ਵਿੱਚ ਹੁੰਦੀ ਹੈ ਤੇ ਤੁਸੀਂ ਉਸ ਝਟਕੇ ਨੂੰ, ਚਾਹੇ ਜਿਵੇਂ ਉਹ ਮੌਰਗੇਜ ਵਧਣ ਦਾ ਝਟਕਾ ਹੋਵੇ ਜਾਂ ਕੋਈ ਹੋਰ ਸਡਨ ਐਕਸਪੈਂਸ ਹੋਵੇ, ਉਹਨੂੰ ਜੇ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਤੇ ਡੈਫੀਨਿਟਲੀ ਇਹ ਮਾਰਕੀਟ ਜਿਹੜੀ ਹੈ ਤੁਹਾਡੇ ਬਾਇੰਗ ਕਰਨ ਵਾਸਤੇ ਪਰਫੈਕਟ ਹੈਗੀ ਹੈ। ਕਦੋਂ ਕਿਵੇਂ ਕਿੱਥੇ ਕੰਟੈਕਟ ਕਰੀਏ ਤੁਹਾਨੂੰ? ਬਿਲਕੁਲ ਜੀ, ਹਰ ਵਾਰ ਵਾਂਗੂ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਦਫ਼ਤਰ ਜਿਹੜਾ ਹੈ 268 ਡੈਰੀ ਰੋਡ ਵੈਸਟ, ਮੈਕਲੌਗਲਿਨ ਔਰ ਡੈਰੀ ਦੇ ਇੰਟਰਸੈਕਸ਼ਨ ਤੇ ਵਾਕਿਆ ਹੈ। ਇੱਥੇ ਸਾਨੂੰ ਕਿਸੇ ਵੇਲੇ ਵੀ 7 ਦਿਨ ਮਿਲਿਆ ਜਾ ਸਕਦਾ ਹੈ। 7 ਦਿਨ ਸਾਡਾ ਆਫਿਸ ਖੁੱਲਾ ਹੁੰਦਾ ਆ। ਜਾਂ ਤੁਸੀਂ ਜੇ ਅਪਾਇੰਟਮੈਂਟ ਬਣਾਉਣੀ ਹੈ 4169108923 ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਸਾਡੇ ਨਾਲ ਮਿਲ ਸਕਦੇ ਹੋ। ਰੀਅਲ ਸਟੇਟ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੋਵੇ, ਕੋਈ ਵੀ ਜ਼ਰੂਰਤ ਹੋਵੇ, ਚਾਹੇ ਉਹ ਰੀਸੇਲ ਰੀਅਲ ਸਟੇਟ ਦੇ ਵਿੱਚ ਹੋਵੇ, ਚਾਹੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਹੋਵੇ, ਚਾਹੇ ਉਹ ਕਮਰਸ਼ੀਅਲ ਇੰਡਸਟਰੀਅਲ ਜਾਂ ਕੋਈ ਬਿਜ਼ਨਸ ਵਗੈਰਾ ਤੁਸੀਂ ਬਾਏ ਜਾਂ ਸੈਲ ਕਰਨਾ ਹੈ, ਅਸੀਂ ਸਾਰੀਆਂ ਹੀ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡੇ ਕੋਲ ਡੈਡੀਕੇਟਿਡ ਟੀਮਸ ਨੇ ਹਰ ਇੱਕ ਸੈਗਮੈਂਟ ਵਾਸਤੇ। ਤੁਸੀਂ ਜਦੋਂ ਸਾਡੇ ਨਾਲ ਮੁਲਾਕਾਤ ਕਰੋਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਨਿਰਾਸ਼ਾ ਨਹੀਂ ਹੋਊਗੀ। ਚਾਹੇ ਤੁਸੀਂ ਬਿਜ਼ਨਸ ਸਾਡੇ ਨਾਲ ਕਰੋ ਜਾਂ ਨਾ ਕਰੋ, ਉਹ ਤੁਹਾਡੀ ਇੱਛਾ ਹੈਗੀ ਹੈ।
ਲੇਕਿਨ ਇੱਕ ਗੱਲ ਦਾ ਅਸੀਂ ਦਾਅਵਾ ਜ਼ਰੂਰ ਕਰਦੇ ਹਾਂ ਕਿ ਮੀਟਿੰਗ ਤੋਂ ਬਾਅਦ ਤੁਸੀਂ ਨੌਲੇਜ ਨਾਲ ਭਰਪੂਰ ਹੋ ਕੇ ਸਾਡੇ ਕੋਲੋਂ ਜਾਓਗੇ। ਜੀ ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ ਇਹ ਸੀ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ। ਹੁਣ ਕੋਈ ਵੀ ਜਾਣਕਾਰੀ ਰੀਅਲ estate ਸੰਬੰਧੀ ਚਾਹੀਦੀ ਹੈ, ਘਰ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ, ਇਨਵੈਸਟਮੈਂਟ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ, ਕੰਟੈਕਟ ਕਰ ਸਕਦੇ ਹੋ। ਡਿਟੇਲਸ ਤੁਹਾਡੇ ਸਾਹਮਣੇ ਨੇ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।